हे प्राणनाथ गोबिंद कृपा निधान जगद गुरु। हे संसार ताप हरण करुणामय सब दुख हरो। हे शरण जोग दयाल दीनानाथ मया करो। शरीर स्वस्थ क्षीण समय सिमरंत नानक राम दामोदर माधव है। नह समर्थं नह सेवकं नह प्रीत परम पुरखोतमं। तव प्रसाद सिमरते नामं नानक कृपाल हर हर गुरं। मूक उचरै शास्त्र खट पिंग गिरन चढ़ जाए। अंध लखै बदरो सुनै जो काल कृपा कराए। गौड़ी महला पंजवा गरीबा उपर जे खिंजै दाड़ी। पार ब्रह्म सा अगन महसाड़ी। सतगुरु गरीब निवाज पतत पावन भगत वत्सल कृपा निदान ज़हरा ज़हूर हाजरा हजूर जुगो जुग अटल। धन धन सतगुरु श्री गुरु ग्रंथ साहिब जी की परम पवित्र हजूरी विच सुभाएमान। गुरु की साजी निवाजी परम सत्कार योग साध संगत जियो। गुरु के पावन चरणों में शीश झुकाउंदियां प्रेम सहित बुलाओ जी वाहिगुरु जी का खालसा वाहिगुरु जी की फतेह। धन सतगुरु श्री गुरु हरकृष्ण साहिब महाराज सच्चे पातशाह जी के चरण छोह प्राप्त अस्थान गुरुद्वारा श्री बंगला साहिब विखे नित दी मर्यादा के अनुसार ਅੰਮ੍ਰਿਤ ਰੂਪ ਗੁਰਬਾਣੀ ਦੇ ਕੀਰਤਨ ਉਪਰੰਤ ਗੁਰ ਸ਼ਬਦ ਦੀ ਲੜੀਵਾਰ ਚੱਲ ਰਹੀ ਕਥਾ ਵਿਚਾਰ ਸਰਵਣ ਕਰਨ ਹਿਤ ਸੰਗਤਾਂ ਗੁਰ ਦਰਬਾਰ ਵਿੱਚ ਸਜੀਆਂ ਬੈਠੀਆਂ ਹਨ ਔਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਘਰਾਂ ਦੇ ਵਿੱਚ ਵੀ ਦੇਸ਼ ਪ੍ਰਦੇਸ਼ ਵਿਦੇਸ਼ਾਂ ਦੇ ਵਿੱਚ ਪ੍ਰੇਮੀ ਸੰਗਤਾਂ ਗੁਰਚਰਨਾਂ ਨਾਲ ਜੁੜ ਰਹੀਆਂ ਨੇ। ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 199 ਉੱਪਰ ਸੁਭਾਏਮਾਨ ਹੈ और साहिब सतगुरु श्री गुरु अर्जन देव साहब सच्चे पातशाह जी का उच्चारण किया होया है। श्री गुरु ग्रंथ साहिब जी की अमृत रूप बाणी का पाठ करन वाले जो गुरमुख जन हन वो भली भांत जानते ने कि एक ओंकार तो 18 10 20 तक जिन्नी गुरु की बाणी है सतगुरु ग्रंथ साहिब जी की इस दे विच सब तो वधीक बाणी पंचम पातशाह श्री गुरु अर्जन देव साहब जी की उच्चारण की हुई है। ते सतगुरु अर्जन देव साहब जी की अमृत रूप बाणी दे विच ज़्यादातर अनेकां शब्द ऐसे हैं जो सतगुरु जी ने अपने
ਨਿੱਜੀ ਜੋ ਮਨੁੱਖਾ ਸਰੀਰ ਦੇ ਵਿੱਚ ਸਮਾਂ ਗੁਜ਼ਾਰਿਆ, ਉਸ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਹਨ। ਔਰ ਇਹਨਾਂ ਸ਼ਬਦਾਂ ਵਿੱਚ ਅਰਦਾਸ, ਬੇਨਤੀ ਅਤੇ ਸ਼ੁਕਰਾਨਾ, ਇਹ ਦੋ ਭਾਵ ਜਿਹੜੇ ਨੇ ਇਹ ਪ੍ਰਮੁੱਖ ਰੂਪ ਵਿੱਚ ਆਪਾਂ ਨੂੰ ਦਰਸ਼ਨ ਦਿੰਦੇ ਹਨ। ਜਦੋਂ ਕੋਈ ਸਮਾਂ ਆ ਬਣੇ, ਜਦੋਂ ਕੋਈ ਜ਼ਰੂਰਤ ਹੋਵੇ ਜਾਂ ਜਦੋਂ ਕੋਈ ਮੁਸ਼ਕਲ ਘੜੀ ਆ ਬਣੇ, ਤਾਂ ਅਕਾਲ ਪੁਰਖ ਵਾਹਿਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ। ਜੈਸਾ ਕਿ ਗੁਰੂ ਕਾ ਬਚਨ ਹੈ ਕਿ ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਬਿਰਥਾ ਅੱਖਰ ਗੁਰਬਾਣੀ ਵਿੱਚ ਦੋ ਅਰਥਾਂ ਦੇ ਵਿੱਚ ਆਉਂਦਾ ਹੈ। ਇੱਕ ਤਾਂ ਬਿਰਥਾ ਦਾ ਅਰਥ ਹੈ ਬੇਅਰਥ, ਜਿਹੜਾ ਕਿਸੇ ਅਰਥ ਨਹੀਂ, ਕਿਸੇ ਮਤਲਬ ਨਹੀਂ, ਫਜ਼ੂਲ। ਜਿਵੇਂ ਮਹਾਰਾਜ ਦੇ ਬਚਨ ਨੇ, ਬਿਨ ਨਾਵੈ ਜੀਵਨ ਬਿਰਥਾ, ਨਾਮ ਤੋਂ ਬਿਨਾਂ ਇਹ ਜੀਵਨ ਫਜ਼ੂਲ ਹੀ ਹੈ, ਬੇਅਰਥ ਹੀ ਹੈ। ਤੇ ਦੂਸਰਾ ਬਿਰਥਾ ਦਾ ਅਰਥ ਹੈ ਜੋ ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਵਿਅਥਾ। ਵਿਅਥਾ ਤੋਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਿਰਥਾ ਅੱਖਰ ਬਣਾਇਆ ਹੈ। ਤੇ ਵਿਅਥਾ ਦਾ ਅਰਥ ਹੈ ਪੀੜਾ, ਦੁੱਖ, ਦਰਦ। ਜੀਅ ਕੀ ਬਿਰਥਾ ਹੋਏ, ਇੱਥੇ ਇਹਦਾ ਭਾਵ ਵਿਅਥਾ ਹੈ। ਤੇਰੇ ਜੀਵ ਆਤਮੇ ਦੀ, ਤੇਰੇ ਅੰਤਰ ਆਤਮੇ ਦੀ, ਤੇਰੇ ਮਨ ਦੀ, ਦਿਲ ਦੀ, ਹਿਰਦੇ ਦੀ ਜੋ ਪੀੜਾ ਹੋਵੇ, ਸੋ ਗੁਰ ਪਹਿ ਅਰਦਾਸ ਕਰ। ਗੁਰਸਿੱਖਾ ਤੋਂ ਉਸ ਦੀ ਅਰਦਾਸ ਗੁਰੂ ਕੇ ਚਰਨਾਂ ਵਿੱਚ ਕਰ। ਇਉਂ ਮੁਸ਼ਕਲ ਸਮੇਂ, ਲੋੜ ਵਕਤ ਗੁਰੂ ਕੇ ਚਰਨਾਂ ਕਾ ਆਸਰਾ ਲੈਣਾ ਤੇ ਗੁਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ। ਐਸੇ ਭਾਵ ਦੇ ਅਨੇਕਾਂ ਸ਼ਬਦ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਤੇ ਜਦ ਅਕਾਲ ਪੁਰਖ ਵਾਹਿਗੁਰੂ ਕੀ ਬਖਸ਼ਿਸ਼ ਹੋ ਜਾਵੇ, ਮਨੋ ਕਾਮਨਾ ਸੰਪੂਰਨ ਹੋਵੇ ਅਥਵਾ ਵਿਪਤਾ ਟਲ ਜਾਵੇ, ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਵੀ ਜ਼ਰੂਰ ਬਰ ਜ਼ਰੂਰ ਕਰਨਾ। ਇਉਂ ਗੁਰੂ ਕਾ ਸਿੱਖ ਹਮੇਸ਼ਾ ਗੁਰ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਸਮਾਂ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ, ਭਾਵੇਂ ਸਮਾਂ ਦੁਖਦਾਈ ਹੈ, ਭਾਵੇਂ ਸੁਖਦਾਈ ਹੈ, ਦੁੱਖ ਵੇਲੇ ਅਰਦਾਸ ਤੇ ਸੁਖ ਵੇਲੇ ਸ਼ੁਕਰਾਨਾ, ਇਹ ਦੋ ਭਾਵ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਮੁੱਖ ਤੌਰ ਤੇ ਸੁਭਾਏਮਾਨ ਨੇ। ਤੇ ਸਮੁੱਚੇ ਰੂਪ ਵਿੱਚ ਤਾਂ ਗੁਰੂ ਕੀ ਬਾਣੀ ਵਿਸ਼ਾਲ ਹੈ, ਅਗਾਧ ਬੋਧ ਹੈ, ਇਸ ਦਾ ਅੰਤ ਨਹੀਂ ਪਾਇਆ ਜਾਂਦਾ। ਆਪਣੇ ਸਰੀਰਕ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਸੰਦਰਭ ਦੇ ਵਿੱਚ ਅਨੇਕਾਂ ਸ਼ਬਦ ਉਚਾਰੇ ਜਾਣ ਦਾ ਆਸ਼ਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਇਹੀ ਹੈ ਕਿ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ। ਇਤਿਹਾਸ ਦੀਆਂ ਪ੍ਰੇਮੀ ਸੰਗਤਾਂ ਭਲੀ ਭਾਂਤ ਜਾਣਦੀਆਂ ਨੇ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੇ ਸਰੀਰਕ ਉਮਰ ਵਿੱਚ ਵੱਡੇ ਭਰਾਤਾ ਪ੍ਰਿਥੀ ਚੰਦ ਜੀ, ਉਹ ਹਮੇਸ਼ਾ ਸਤਿਗੁਰੂ ਅਰਜਨ ਦੇਵ ਜੀ ਦੇ ਪ੍ਰਤੀ ਆਪਣੇ ਮਨ ਵਿੱਚ ਈਰਖਾ ਦਾ ਭਾਵ ਹੀ ਰੱਖਦੇ ਸਨ। ਗੁਰਬਾਣੀ ਕਾ ਇੱਕ ਬਚਨ ਹੈ ਭਗਤ ਰਸਨਾ ਰਾਹੀਂ ਕਿ ਕਬੀਰ ਬਾਂਸ ਬਡਾਈ ਬੂਡਿਆ ਇਉਂ ਮਤ ਡੂਬਹੁ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਜਿੱਥੇ ਚੰਦਨ ਦਾ ਬ੍ਰਿਸ਼ ਪੈਦਾ ਹੋ ਜਾਵੇ, ਉਹਦੀ ਵਿਸ਼ੇਸ਼ਤਾ ਹੈ ਕਿ ਚੰਦਨ ਨਿਕਟ ਸਭ ਚੰਦਨ ਹੋਈਆ। ਜੋ ਕੁਦਰਤੀ ਤੌਰ ਤੇ ਵਾਹਿਗੁਰੂ ਨੇ ਉਸ ਚੰਦਨ ਦੇ ਬੂਟੇ ਵਿੱਚ ਸੁਗੰਧੀ ਪੈਦਾ ਕੀਤੀ ਹੋਈ ਹੈ, ਉਸ ਸੁਗੰਧੀ ਦੇ ਪ੍ਰਤਾਪ ਨਾਲ ਨੇੜੇ ਤੇੜੇ ਦੀ ਸਾਰੀ ਬਨਸਪਤੀ ਸੁਗੰਧੀ ਨਾਲ ਭਰ ਜਾਂਦੀ ਹੈ ਤੇ ਚੰਦਨ ਦਾ ਰੂਪ ਹੋ ਜਾਂਦੀ ਹੈ। ਪਰ ਇੱਕੋ ਇੱਕ ਬਾਂਸ ਦਾ ਬੂਟਾ ਐਸਾ ਹੈ ਕਿ ਭਾਵੇਂ ਉਹ ਚੰਦਨ ਦੇ ਦਰਖਤ ਦੇ ਬਿਲਕੁਲ ਵੀ ਨੇੜੇ ਕਿਉਂ ਨਾ ਵਸਦਾ ਹੋਵੇ, ਉੱਗਿਆ ਹੋਵੇ, ਉਹਦੇ ਵਿੱਚ ਸੁਗੰਧੀ ਪ੍ਰਵੇਸ਼ ਨਹੀਂ ਹੁੰਦੀ, ਕਿਉਂਕਿ ਉਹ ਬਾਹਰੋਂ ਸਖਤ ਹੈ, ਅੰਦਰੋਂ ਪੋਲਾ ਹੈ, ਗੰਢਾਂ ਵਾਲਾ ਹੈ, ਇਤਿਆਦਿਕ ਅਨੇਕਾਂ ਘਾਟਾਂ ਕਰਕੇ ਉਹਦੇ ਵਿੱਚ ਚੰਦਨ ਦੀ ਸੁਗੰਧੀ ਪ੍ਰਵੇਸ਼ ਨਹੀਂ ਕਰਦੀ, ਉਹ ਨਹੀਂ ਸੁਗੰਧਿਤ ਹੁੰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਪ੍ਰਿਥੀ ਚੰਦ ਦਾ ਜਨਮ ਭਾਵੇਂ ਗੁਰੂ ਘਰ ਦੇ ਵਿੱਚ ਹੋਇਆ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰਕ ਰੂਪ ਵਿੱਚ ਮੌਜੂਦ ਹੁੰਦਿਆਂ ਹੋਇਆਂ ਸਤਿਗੁਰੂ ਰਾਮਦਾਸ ਜੀ ਕੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਪ੍ਰਿਥੀ ਚੰਦ ਨੇ ਜਨਮ ਲਿਆ।
ਗੁਰੂ ਘਰ ਵਿੱਚ ਜਨਮਿਆ ਪਲਿਆ ਵੱਡਾ ਹੋਇਆ, ਪਰ ਉਹ ਬਾਂਸ ਵਾਲਾ ਸੁਭਾਅ ਧਾਰਨ ਕਰਕੇ ਭਾਉ ਭਗਤੀ ਨਿਮਰਤਾ ਇਤਿਆਦਿਕ ਗੁਣਾਂ ਦੀ ਜਿਹੜੀ ਸੁਗੰਧੀ ਸੀ ਉਹ ਸਾਰਾ ਜੀਵਨ ਹੀ ਉਸ ਦੇ ਹਿਰਦੇ ਵਿੱਚ ਨਹੀਂ ਆਈ। ਤੇ ਗੁਰੂ ਘਰ ਦੀ ਜਿਹੜੀ ਇਹ ਮਹਾਨ ਪਦਵੀ ਹੈ ਗੁਰਤਾ, ਇਸ ਨੂੰ ਕੇਵਲ ਤੇ ਕੇਵਲ ਧਨ ਔਰ ਪੂਜਾ ਦਾ ਸਾਧਨ ਹੀ ਉਸ ਨੇ ਸਮਝੀ ਰੱਖਿਆ ਹੈ। ਜਦੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਤੇ ਸੁਸ਼ੋਭਿਤ ਹੋਏ ਹੈ ਔਰ ਪ੍ਰਿਥੀ ਚੰਦ ਮੁੱਖ ਪ੍ਰਬੰਧਕ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਤੇ ਉਹਦੇ ਮਨ ਦਾ ਵਿਚਾਰ ਇਹ ਹੈ ਕਿ ਜਿਵੇਂ ਦੁਨਿਆਵੀ ਤੌਰ ਤੇ ਕੋਈ ਹਾਕਮ ਹੈ, ਕੋਈ ਰਾਜਾ ਹੈ, ਇਹ ਰੀਤ ਹੈ ਕਿ ਉਸ ਦੇ ਚਲਾਣੇ ਉਪਰੰਤ ਉਹਦਾ ਵੱਡਾ ਪੁੱਤਰ ਰਾਜਗੱਦੀ ਦਾ ਮਾਲਕ ਹੁੰਦਾ ਹੈ। ਇਸੇ ਤਰ੍ਹਾਂ ਮੈਂ ਗੁਰੂ ਪਿਤਾ ਰਾਮਦਾਸ ਸਾਹਿਬ ਜੀ ਦਾ ਵੱਡਾ ਪੁੱਤਰ ਹਾਂ, ਤੇ ਇਸ ਨਾਤੇ ਗੁਰਤਾ ਗੱਦੀ ਉੱਪਰ ਮੇਰਾ ਹੱਕ ਬਣਦਾ ਹੈ। ਜਾਣ ਹੀ ਨਹੀਂ ਸਕਿਆ, ਸਮਝ ਨਹੀਂ ਸਕਿਆ ਕਿ ਇਹ ਹੱਕ ਜਣਾਉਣ ਵਾਲੀ ਵਸਤੂ ਨਹੀਂ, ਇਹ ਅਗੰਮੀ ਬਰਕਤਾਂ ਤੇ ਬਖਸ਼ਿਸ਼ਾਂ ਜਿਸ ਦੇ ਉੱਪਰ ਹੋਣ ਉਹੀ ਇਹਨਾਂ ਦਾ ਅਧਿਕਾਰੀ ਬਣਦਾ ਹੈ। ਭਾਵੇਂ ਕਿ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਵੀ ਕਿ ਇਹ ਪ੍ਰਿਥੀ ਚੰਦ ਜਿਸ ਘਰ ਵਿਰਤੀ ਸੋਈ ਜਾਣੈ, ਜਗਤ ਗੁਰ ਨਾਨਕ ਪੂਛ ਕਰਹੁ ਵਿਚਾਰਾ, ਚਾਹੋ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਪਰ ਪ੍ਰਿਥੀ ਚੰਦ ਨਾ ਸਮਝ ਸਕਿਆ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਸਾਰੀ ਉਮਰ ਹੀ ਈਰਖਾ ਕਰਦਾ ਰਿਹਾ, ਖੋਟ ਚਿਤਵਦਾ ਰਿਹਾ, ਤੇ ਆਪਣੇ ਜੀਵਨ ਦੇ ਅੰਤਲੇ ਛਿਣ ਤੀਕਰ ਇਹ ਯਤਨ ਕਰਦਾ ਰਿਹਾ ਕਿ ਕਿਵੇਂ ਨਾ ਕਿਵੇਂ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾਨੀ ਔਰ ਮਾਲੀ ਤੌਰ ਤੇ ਨੁਕਸਾਨ ਪਹੁੰਚਾਵਾਂ। ਇਨ੍ਹਾਂ ਯਤਨਾਂ ਦੇ ਤਹਿਤ ਹੀ ਬਾਦਸ਼ਾਹੀ ਅਹਿਲਕਾਰ ਸੈਨਾਪਤੀ ਸੁਲਹੀ ਖਾਨ ਨਾਲ ਮਿੱਤਰਤਾ ਗੰਢੀ ਸੀ। ਧਨ ਦੌਲਤ ਦਾ ਲਾਲਚ ਤੇ ਹੋਰ ਕੀਮਤੀ ਨਜ਼ਰਾਨੇ ਦੇ ਕੇ ਉਸ ਨੂੰ ਆਪਣੇ ਵੱਲ ਕੀਤਾ ਸੀ, ਤੇ 2 ਵੇਰ ਉਸ ਨੂੰ ਗੁਰੂ ਘਰ ਤੇ ਹਮਲਾਵਰ ਬਣਾ ਕੇ ਚਾੜ ਕੇ ਲਿਆਇਆ ਸੀ। ਪਹਿਲੀ ਵੇਰ ਤਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਔਰ ਸਮੇਂ ਦੀ ਵਿਚਾਰ ਕਰਦਿਆਂ ਹੋਇਆਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਨੂੰ ਛੱਡ ਕੇ ਵਡਾਲੀ ਨਗਰ ਵਿਖੇ ਚਲੇ ਗਏ ਸਨ, ਜਿੱਥੇ ਤਕਰੀਬਨ 3 ਸਾਲ ਆਪ ਜੀ ਨੇ ਨਿਵਾਸ ਰੱਖਿਆ। ਗੁਰੂ ਕੇ ਰਹਿਣ ਕਰਕੇ ਵਡਾਲੀ ਗੁਰੂ ਕੀ ਵਡਾਲੀ ਬਣ ਗਈ, ਤੇ ਗੁਰੂ ਕੀ ਵਡਾਲੀ ਵਿਖੇ ਰਹਿੰਦਿਆਂ ਹੀ 6ਵੇਂ ਪਾਤਸ਼ਾਹ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੀ। ਜਦੋਂ 3 ਸਾਲ ਦੇ ਅਰਸੇ ਬਾਅਦ ਸਤਿਗੁਰੂ ਜੀ ਨੇ ਵਾਪਸ ਅੰਮ੍ਰਿਤਸਰ ਵਿਖੇ ਆ ਕੇ ਨਿਵਾਸ ਕੀਤਾ ਤਾਂ ਕੁਝ ਸਮਾਂ ਬੀਤਣ ਦੇ ਉਪਰੰਤ ਦੁਬਾਰਾ ਸੁਲਹੀ ਖਾਨ ਨੂੰ ਚੜਾ ਕੇ ਲਿਆਇਆ ਪ੍ਰਿਥੀ ਚੰਦ, ਪਰ ਸੁਲਹੀ ਖਾਨ ਜਿਹੜਾ ਸੀ ਗੁਰੂ ਘਰ ਤੱਕ ਪਹੁੰਚ ਨਾ ਸਕਿਆ। ਰਸਤੇ ਦੇ ਵਿੱਚ ਹੀ ਸੋ ਕੋਠੇ ਪਿੰਡ ਵਿਖੇ, ਜਿਸ ਨੂੰ ਅੱਜ ਕੋਠਾ ਗੁਰੂ ਕਿਹਾ ਜਾਂਦਾ ਹੈ, ਸੋ ਉੱਥੇ ਇੱਟਾਂ ਦੇ ਆਵੇ ਲੱਗੇ ਹੋਏ ਵੇਖਣ ਵਾਸਤੇ ਚੜਿਆ, ਘੋੜਾ ਤਬਕਿਆ, ਹੇਠਾਂ ਡਿੱਗਿਆ, ਆਪਣੀ ਕਟਾਰ ਪੇਟ ਵਿੱਚ ਵੱਜੀ ਤੇ ਅੱਗ ਵਿੱਚ ਸੜ ਕੇ ਮਰ ਗਿਆ ਸੀ। ਜਦੋਂ ਚੜ ਕੇ ਆ ਰਿਹਾ ਸੀ ਸੁਲਹੀ ਖਾਨ, ਉਦੋਂ ਸਿੱਖ ਸੰਗਤਾਂ ਦੇ ਵਿੱਚ ਬੇਚੈਨੀ ਫੈਲਣੀ ਕੁਦਰਤੀ ਸੀ, ਸੁਭਾਵਿਕ ਸੀ। ਗੁਰਸਿੱਖਾਂ ਨੇ ਕੁਝ ਬੇਨਤੀਆਂ ਕੀਤੀਆਂ, ਕੁਝ ਸਲਾਹ ਮਸ਼ਵਰੇ ਕੀਤੇ ਸਨ ਕਿ ਕੀ ਕਰਨਾ ਚਾਹੀਦਾ ਇਸ ਹਮਲੇ ਤੋਂ ਬਚਣ ਲਈ, ਤੇ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਕੋਲ ਜੋ ਮਸ਼ਵਰੇ ਆਉਂਦੇ ਨੇ, ਹਜ਼ੂਰ ਨੇ ਸ਼ਬਦ ਵਿੱਚ ਉਹ ਪੰਕਤੀਆਂ ਉਚਾਰਨ ਕੀਤੀਆਂ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰਹੁ ਉਪਾਇਆ। ਪਹਿਲਾ ਤਾਂ ਇਹ ਮਤਾ, ਇਹ ਸਲਾਹ, ਇਹ ਮਸ਼ਵਰਾ ਆ ਰਿਹਾ ਹੈ ਕਿ ਪੱਤਰਕਾ ਭੇਜੀ ਜਾਵੇ, ਚਿੱਠੀ ਭੇਜੀ ਜਾਵੇ, ਜਾਂ ਸੁਲਹੀ ਖਾਨ ਵੱਲ ਜਾਂ ਸਮੇਂ ਦੇ ਬਾਦਸ਼ਾਹ ਜਹਾਂਗੀਰ ਵੱਲ, ਤੇ ਉਹਨਾਂ ਨੂੰ ਅਸਲੀਅਤ ਸਮਝਾਈ ਜਾਵੇ ਤੇ ਇਉਂ ਸੁਲਹੀ ਖਾਨ ਦਾ ਇਹ ਹਮਲਾ ਟਲ ਜਾਵੇ। ਦੂਜਾ ਮਸ਼ਵਰਾ ਇਹ ਆ ਰਿਹਾ ਹੈ ਕਿ ਕੇਵਲ ਪੱਤਰਕਾ ਭੇਜਣ ਨਾਲ ਗੱਲ ਨਹੀਂ ਬਣਨੀ, ਗੁਰੂ ਘਰ ਵੱਲੋਂ 2-4 ਸਿਆਣੇ ਮਨੁੱਖ ਜਾਣ, ਉਹ ਸੁਲਹੀ ਖਾਨ ਨਾਲ ਮੁਲਾਕਾਤ ਕਰਨ ਤੇ ਉਹਨੂੰ ਸਮਝਾਉਣ ਕਿ ਐਵੇਂ ਪ੍ਰਿਥੀ ਚੰਦ ਦੀਆਂ ਝੂਠੀਆਂ ਗੱਲਾਂ ਵਿੱਚ ਆ ਕੇ ਤੂੰ ਗੁਰੂ ਘਰ ਦਾ ਵਿਰੋਧੀ ਬਣਿਆ ਬੈਠਿਆ, ਅਸਲੀਅਤ ਤਾਂ ਆ ਹੈ। ਤੇ ਤੀਸਰਾ ਮਤਾ ਇਹ ਕਿ ਕਿਛ ਕਰਹੁ ਉਪਾਇਆ, ਜੇ ਇਹ ਦੋਵੇਂ ਕਰਮ ਨਹੀਂ ਕਰਨੇ
ਤਾਂ ਇਸ ਹਮਲੇ ਤੋਂ ਬਚਣ ਦਾ ਕੋਈ ਉਪਾਅ, ਕੋਈ ਯਤਨ, ਕੋਈ ਟਾਕਰੇ ਦਾ ਯਤਨ ਕੀਤਾ ਜਾਵੇ ਜਾਂ ਪਹਿਲਾਂ ਦੀ ਤਰ੍ਹਾਂ ਆਸੇ-ਪਾਸੇ ਚਲੇ ਜਾਇਆ ਜਾਵੇ। ਪਰ ਸਤਿਗੁਰੂ ਜੀ ਆਪਣਾ ਨਿਸ਼ਚਾ ਦੱਸਦੇ ਨੇ ਕਿ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ। ਹੇ ਵਾਹਿਗੁਰੂ ਜੀ, ਮੈਂ ਇਹਨਾਂ ਸਾਰਿਆਂ ਖਿਆਲਾਂ ਨੂੰ, ਇਹਨਾਂ ਸਾਰੇ ਦੁਨਿਆਵੀ ਉਪਾਵਾਂ ਯਤਨਾਂ ਨੂੰ, ਇਹਨਾਂ ਸਲਾਹਾਂ ਨੂੰ ਛੱਡ ਕੇ ਕੇਵਲ ਆਪ ਜੀ ਨੂੰ ਧਿਆਇਆ ਹੈ। ਆਪ ਜੀ ਕਾ ਹੀ ਓਟ ਆਸਰਾ ਲਿਆ ਹੈ। ਕਿਉਂਕਿ ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਾਰ। ਵਾਹਿਗੁਰੂ ਜੀ, ਤੈਨੂੰ ਛੱਡ ਕੇ ਹੋਰ ਕਿਹੜੇ ਆਸਰੇ ਵਿੱਚ ਜਾਈਏ, ਕਿਸ ਦਾ ਸਹਾਰਾ ਲਈਏ? ਕਿਉਂਕਿ ਤੇਰੇ ਬਰਾਬਰ ਹੋਰ ਦੂਸਰਾ ਹੈ ਹੀ ਕੋਈ ਨਹੀਂ। ਤੂੰ ਹੀ ਸਭ ਤੋਂ ਵੱਡਾ ਸਹਾਰਾ ਤੇ ਅਸਲ ਵਿੱਚ ਸੱਚਾ ਸਹਾਰਾ ਹੈ। ਇਉਂ ਇਹ ਅਰਦਾਸ ਬੇਨਤੀ ਵੀ ਹੈ ਵਾਹਿਗੁਰੂ ਕੇ ਚਰਨਾਂ ਵਿੱਚ, ਤੇ ਵਾਹਿਗੁਰੂ ਉੱਪਰ ਅਟਲ ਭਰੋਸਾ ਵੀ ਹੈ, ਨਿਸ਼ਚਾ ਵੀ ਹੈ। ਤੇ ਜਦੋਂ ਉਹ ਸੁਲਹੀ ਖਾਨ ਦੇ ਇਉਂ ਆਵੇ ਵਿੱਚ ਧੱਸ ਕੇ ਸੜ ਕੇ ਮਰ ਜਾਣ ਦੀ ਖਬਰ ਮਿਲੀ ਸੀ, ਤਾਂ ਹਜ਼ੂਰ ਨੇ ਉਸ ਵਕਤ ਸ਼ਬਦ ਉਚਾਰਨ ਕੀਤਾ ਸੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਨਾਪਾਕ ਭਾਵ ਅਪਵਿੱਤਰ। ਮੁਸਲਮਾਨ ਮਤ ਵਿੱਚ ਅੱਗ ਵਿੱਚ ਸੜ ਕੇ ਹੋਈ ਮੌਤ ਨੂੰ ਅਪਵਿੱਤਰ ਮੌਤ ਗਿਣਿਆ ਜਾਂਦਾ ਹੈ। ਸੋ ਇਹ ਸਾਰਾ ਬਿਰਤਾਂਤ ਜਦੋਂ ਵਾਪਰਿਆ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਵਿਖੇ ਸੁਭਾਏ ਮਾਨ ਸਨ। ਤੇ ਜਦੋਂ ਖਬਰ ਮਿਲੀ ਸੀ ਕਿ ਸੁਲਹੀ ਖਾਨ ਚੜ ਕੇ ਆਇਆ ਹੈ, ਬੜੇ ਹੰਕਾਰ ਵਿੱਚ ਆ ਰਿਹਾ ਹੈ, ਆਪਣੀ ਦਾੜੀ ਹੱਥ ਵਿੱਚ ਲੈ ਕੇ ਉਹਦੇ ਤੇ ਹੱਥ ਫੇਰ ਕੇ ਕਹਿੰਦਾ ਹੈ ਕਿ ਮੈਂ ਹਾਕਮ ਦਾ ਅਹੁਦੇਦਾਰ ਤਾਂ ਕਹਾਵਾਂਗਾ, ਤਾਂ ਸੁਲਹੀ ਖਾਨ ਕਹਾਵਾਂਗਾ, ਜੇ ਮੈਂ ਗੁਰੂ ਅਰਜਨ ਜੀ ਨੂੰ ਜਾ ਕੇ ਪਕੜ ਕੇ ਜਾਂ ਤਾਂ ਜਾਨੋਂ ਮਾਰ ਦਿਆਂਗਾ ਜਾਂ ਕੈਦ ਵਿੱਚ ਪਾ ਕੇ ਲੈ ਕੇ ਆਵਾਂਗਾ। ਮਹਾਰਾਜ ਹੁਣ ਕੀ ਕੀਤਾ ਜਾਵੇ? ਇਸ ਆਏ ਹੋਏ ਸਮੇਂ ਨੂੰ ਕਿਵੇਂ ਟਾਲਿਆ ਜਾਵੇ, ਇਹਦਾ ਸਾਹਮਣਾ ਕਿਵੇਂ ਕੀਤਾ ਜਾਵੇ? ਤਾਂ ਗੁਰਸਿੱਖਾਂ ਨੂੰ ਹੌਸਲਾ ਦਿੰਦਿਆਂ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਸ ਵਕਤ ਉਚਾਰਿਆ ਸੀ, ਜਿਹੜਾ ਕੇਵਲ ਤੇ ਕੇਵਲ ਉਸ ਇੱਕੋ ਵਾਕਿਆ ਦੇ ਨਾਲ ਹੀ ਸੰਬੰਧਿਤ ਨਹੀਂ, ਬਲਕਿ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਕਾ ਜੋ ਨਿਯਮ ਹੈ, ਜੋ ਕਾਨੂੰਨ ਹੈ, ਜੋ ਅਸੂਲ ਹੈ, ਉਸ ਦੀ ਦ੍ਰਿੜਤਾ ਕਰਵਾਉਂਦਾ ਹੈ। ਪੂਰਾ ਨਿਆਉ ਕਰੇ ਕਰਤਾਰ। ਭਾਈ ਉਹ ਕਰਤਾਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਪੂਰਾ ਪੂਰਾ ਨਿਆਂ ਕਰਦਾ ਹੈ ਉਹ ਹਰ ਇੱਕ ਦਾ, ਕਿਉਂਕਿ ਉਹ ਸਭ ਕੁਝ ਤੱਕਦਾ ਹੈ। ਸੋ ਇਸ ਭਾਵ ਵਿੱਚ ਇਹ ਸ਼ਬਦ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਚਾਰਨ ਕੀਤਾ ਹੈ। ਗੌੜੀ ਮਹੱਲਾ ਪੰਜਵਾ। ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੌੜੀ ਰਾਗ ਵਿੱਚ ਇਹ ਪਾਵਨ ਬਚਨ ਉਚਾਰਨ ਕਰਦੇ ਨੇ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਹਜ਼ੂਰ ਫਰਮਾਉਂਦੇ ਨੇ ਕਿ ਗਰੀਬਾਂ ਉੱਪਰ, ਜਿਹੜੇ ਗਰੀਬ ਜਨ ਹਨ, ਗਰੀਬ ਭਾਵੇਂ ਕੋਈ ਧਨ ਦੌਲਤ ਕਰਕੇ ਹੋਵੇ, ਤੇ ਗੁਰਮਤਿ ਵਿੱਚ ਗਰੀਬੀ ਦਾ ਅਰਥ ਨਿਮਰਤਾ ਹੈ। ਜਿਹੜਾ ਗਰੀਬਾਂ ਉੱਪਰ, ਨਿਮਰਤਾ ਵਾਲਿਆਂ ਉੱਪਰ, ਤੇ ਜਾਂ ਸੰਸਾਰਕ ਪੱਖ ਤੋਂ ਕਹਿ ਲਈਏ ਕਿ ਨਿਮਾਣਿਆਂ ਨਿਤਾਣਿਆਂ ਕਮਜ਼ੋਰਾਂ ਦੇ ਉੱਪਰ ਜੇ ਖਿੰਜੈ ਦਾੜੀ, ਜੋ ਆਪਣੀ ਦਾੜੀ ਖਿੱਚਦਾ ਹੈ, ਸਵਾਰਦਾ ਹੈ ਕਿ ਮੈਂ ਫਲਾਣੇ ਨੂੰ ਸਬਕ ਸਿਖਾਵਾਂਗਾ, ਮੈਂ ਐਦਾਂ ਦੀ ਔਦਾਂ ਕਰ ਦੇਵਾਂਗਾ। ਸੋ ਇਸ ਪ੍ਰਕਾਰ ਆਪਣੀ ਦਾੜੀ ਤੇ ਹੱਥ ਫੇਰ ਕੇ ਹੰਕਾਰ ਭਰੀਆਂ ਗੱਲਾਂ ਕਰਨੀਆਂ ਕਿ ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ, ਤੇ ਗਰੀਬਾਂ ਉੱਪਰ ਜੋ ਜ਼ੋਰ ਜ਼ੁਲਮ ਜ਼ਬਰਦਸਤੀ ਕਰਦਾ ਹੈ ਨਾ। ਪਾਰ ਬ੍ਰਹਮ, ਪਾਰ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਵਾਹਿਗੁਰੂ ਹੈ ਨਾ, ਸਾ ਅਗਨ ਮਹਿ ਸਾੜੀ। ਉਹ ਦਾੜੀ ਜਿਹੜੀ ਗਰੀਬਾਂ ਉੱਪਰ ਖਿੱਚ ਰਹੀ ਹੈ ਨਾ, ਵਾਹਿਗੁਰੂ ਨੇ ਮਾਨੋ ਕਿ ਉਹ ਦਾੜੀ ਜਿਹੜੀ ਹੈ ਉਹ ਅੱਗ ਵਿੱਚ ਸਾੜ ਦਿੱਤੀ ਹੈ। ਸੁਲਹੀ ਖਾਨ ਅੱਗ ਵਿੱਚ ਸੜ ਕੇ ਮਰਿਆ ਨਾ। ਪਾਰ ਬ੍ਰਹਮ ਪਰਮਾਤਮਾ ਉਸ ਦਾੜੀ ਨੂੰ ਅੱਗ ਵਿੱਚ ਸਾੜ ਦੇਣ ਵਾਲਾ ਹੈ। ਭਾਵ ਕਿ ਜੋ ਮਨੁੱਖ ਦਾ ਹੰਕਾਰ ਹੈ ਨਾ, ਉਸ ਹੰਕਾਰ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਚੂਰਾ ਚੂਰਾ ਕਰ ਦੇਣ ਵਾਲਾ ਹੈ। ਸਮਾਜ ਦੀ ਬਣਤਰ ਆਪਾਂ ਤੱਕਦੇ ਹਾਂ, ਸਮਾਜ ਦੇ ਵਿੱਚ ਵਰਤਣ ਆਪਾਂ ਵੇਖਦੇ ਹਾਂ ਕਿ ਜਿਸ ਦੇ ਕੋਲ ਥੋੜ੍ਹੀ ਬਹੁਤੀ ਵੀ ਪਾਵਰ ਹੈ, ਤਾਕਤ ਹੈ, ਉਹ ਦੂਸਰੇ ਲੋਕਾਂ ਨੂੰ ਐਵੇਂ ਕੀੜੇ ਮਕੌੜਿਆਂ ਦੀ ਤਰ੍ਹਾਂ ਸਮਝਦਾ ਹੈ ਤੇ ਬੜੀ ਆਕੜ ਵਿੱਚ, ਬੜੇ ਹੰਕਾਰ ਵਿੱਚ ਆ ਕੇ ਕਹਿੰਦਾ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਮੇਰੇ ਸਾਹਮਣੇ ਫਲਾਣਾ ਕੀ ਹੈ। ਜਦੋਂ ਮਨੁੱਖ ਕਿਸੇ ਦੂਸਰੇ ਉੱਪਰ ਜ਼ਬਰਦਸਤੀ ਕਰਦਾ, ਧੱਕਾ ਕਰਦਾ ਹੈ,
ਉਸ ਵਕਤ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਕਾ ਖਿਆਲ ਪੂਰਨ ਤੌਰ ਤੇ ਭੁੱਲਿਆ ਹੋਇਆ ਹੁੰਦਾ ਹੈ। ਗੁਰਬਾਣੀ ਵਿੱਚ ਇੱਕ ਪਾਵਨ ਬਚਨ ਹੈ ਕਿ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਉਸ ਵਾਹਿਗੁਰੂ ਨੂੰ ਨੇੜੇ ਕਰਕੇ ਬੁੱਝ ਲਵੇ, ਸਮਝ ਲਵੇ, ਜਿਸ ਨੂੰ ਇਹ ਸੋਝੀ ਪੈ ਜਾਵੇ ਕਿ ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤਹਿ ਨਾ ਭਇਓ ਦੂਰਾਈ। ਅਕਾਲ ਪੁਰਖ ਵਾਹਿਗੁਰੂ ਸਦਾ ਹਾਜ਼ਰ ਨਾਜ਼ਰ ਹੈ, ਕਿਤੇ ਦੂਰ ਨਹੀਂ ਹੈ। ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਉਹ ਵਾਹਿਗੁਰੂ ਸਦਾ ਮੇਰੀਆਂ ਕੀਤੀਆਂ ਗੱਲਾਂ ਨੂੰ ਸੁਣ ਰਿਹਾ, ਕੇਵਲ ਮੂੰਹੋਂ ਬੋਲੀਆਂ ਨੂੰ ਹੀ ਨਹੀਂ ਬਲਕਿ ਮਨ ਵਿੱਚ ਚਿਤਵੀਆਂ ਹੋਈਆਂ ਸੋਚੀਆਂ ਹੋਈਆਂ ਗੱਲਾਂ ਨੂੰ ਵੀ ਉਹ ਵਾਹਿਗੁਰੂ ਸੁਣਦਾ ਹੈ। ਮੇਰੇ ਕਰਮਾਂ ਨੂੰ ਉਹ ਸਦਾ ਵੇਖ ਰਿਹਾ ਹੈ, ਮੇਰੇ ਮਨ ਦੇ ਖਿਆਲਾਂ ਨੂੰ ਉਹ ਪ੍ਰਮਾਤਮਾ ਵੇਖ ਰਿਹਾ ਹੈ। ਕਿਉਂ ਮੁੱਕਰ ਪਿਆ ਜਾਏ, ਉਹਦੇ ਕੋਲੋਂ ਕਿਵੇਂ ਮੁੱਕਰਿਆ ਜਾਵੇਗਾ, ਨਹੀਂ ਮੁੱਕਰਿਆ ਜਾਣਾ। ਜਿਸ ਨੂੰ ਇਹ ਸਮਝ ਆਵੇ, ਸੋਝੀ ਆ ਜਾਵੇ, ਸੋ ਬੁਰਾ ਕਿਉਂ ਕਰੈ। ਉਹ ਭਲਾ ਫਿਰ ਬੁਰਾ ਕਰਮ ਕਿਵੇਂ ਕਰ ਸਕਦਾ ਹੈ। ਜਿਸ ਮਨੁੱਖ ਨੂੰ ਸਮਝ ਪੈ ਜਾਵੇ ਕਿ ਅਕਾਲ ਪੁਰਖ ਵਾਹਿਗੁਰੂ ਵੇਖਦਾ ਸੁਣਦਾ ਹੈ ਤੇ ਆਪਣੇ ਕਰਮਾਂ ਦਾ ਹਿਸਾਬ ਮੈਨੂੰ ਉਸ ਪਰਮਾਤਮਾ ਦੇ ਦਰ ਤੇ ਦੇਣਾ ਪਵੇਗਾ, ਉਹ ਕਿਸੇ ਗਰੀਬ ਉੱਪਰ, ਕਿਸੇ ਲਾਚਾਰ ਉੱਪਰ, ਕਿਸੇ ਬੇਵੱਸ ਉੱਪਰ ਧੱਕਾ ਨਹੀਂ ਕਰੇਗਾ। ਉਹ ਜ਼ੋਰ ਜ਼ਬਰਦਸਤੀ ਨਹੀਂ ਕਰੇਗਾ, ਜ਼ੁਲਮ ਨਹੀਂ ਕਰੇਗਾ। ਮਨੁੱਖ ਧੱਕਾ ਕਰਦਾ ਹੀ ਉਦੋਂ ਹੈ, ਮਨੁੱਖ ਬੁਰਾ ਕਰਮ ਕਰਦਾ ਹੀ ਉਦੋਂ ਹੈ ਜਦੋਂ ਉਹਨੂੰ ਭੁੱਲ ਜਾਵੇ ਕਿ ਰੱਬ ਵੇਖਦਾ ਹੈ, ਰੱਬ ਸੁਣਦਾ ਹੈ। ਸੋ ਇਸ ਪ੍ਰਕਾਰ ਆਪਾਂ ਜਗਤ ਦੀ ਇਹ ਵਰਤਣ ਤੱਕਦੇ ਹਾਂ ਕਿ ਥੋੜ੍ਹੀ ਬਹੁਤੀ ਪਾਵਰ ਵਾਲਾ ਬੰਦਾ ਵੀ ਦੂਸਰੇ ਮਨੁੱਖ ਨੂੰ ਦਬਾਉਣ ਦੇ ਆਹਰ ਵਿੱਚ ਲੱਗਾ ਰਹਿੰਦਾ ਹੈ। ਕਿਸੇ ਦੀ ਜ਼ਮੀਨ ਦੱਬ ਲਈ, ਕਿਸੇ ਦੀ ਕੋਠੀ ਦੱਬ ਲਈ, ਕਿਸੇ ਦਾ ਘਰ ਦੱਬ ਲਿਆ, ਕਿਸੇ ਦੀ ਇਸੇ ਪ੍ਰਕਾਰ ਮਾਇਆ ਜਿਹੜੀ ਹੈ ਉਹ ਦੱਬ ਲਈ। ਇਉਂ ਦੁਨੀਆ ਦੇ ਵਿੱਚ ਅਨੇਕ ਪ੍ਰਕਾਰ ਦੇ ਵਲ ਛਲ ਕੀਤੇ ਤੇ ਆਪਣਾ ਘਰ ਭਰਨ ਦਾ ਯਤਨ ਕੀਤਾ। ਪਰ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਬੜੇ ਪ੍ਰਪੰਚ ਕਰਕੇ, ਬੜੇ ਵਾਲ ਛਾਲ ਕਰਕੇ, ਧੋਖੇ ਧੜੀਆਂ ਕਰਕੇ, ਜ਼ੋਰ ਜ਼ਬਰਦਸਤੀ ਕਰਕੇ ਐ ਜੀਵ ਤੋਂ ਪਰਾਇਆ ਧਨ ਵੀ ਆਪਣੇ ਘਰ ਵਿੱਚ ਲੈ ਕੇ ਆਉਣਾ ਹੈ। ਆਪਣੀ ਇਸਤਰੀ ਪੁੱਤਰਾਂ ਤੋਂ ਉਹ ਧਨ ਲਟਾਉਣਾ ਹੈ, ਆਪਣੇ ਘਰ ਪਰਿਵਾਰ ਵਾਸਤੇ ਖਰਚਦਾ ਹੈ। ਪਰ ਖਿਆਲ ਕਰ ਲੈ ਕਿ ਭਾਈ ਜਦੋਂ ਅੰਤ ਦਾ ਵੇਲਾ ਆਵੇਗਾ ਤੇ ਜੀਵ ਆਤਮਾ ਨੂੰ ਬੰਨ੍ਹ ਕੇ ਅੱਗੇ ਤੋਰਿਆ ਜਾਵੇਗਾ ਤਾਂ ਅਖੀਰ ਵੇਲੇ ਤੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਤੇਰੇ ਜੀ ਪਹਿ ਲੀਜੈ, ਉਹ ਤੇਰੀ ਜੀਵ ਆਤਮਾ ਕੋਲੋਂ ਲਿਆ ਜਾਣਾ ਹੈ। ਇਸ ਲਈ ਮਨਾ ਐ ਮਨੁੱਖ ਭੁੱਲ ਕੇ ਵੀ ਕਪਟ ਨਾ ਕਰ, ਧੋਖਾ ਨਾ ਕਰ, ਵਲ ਛਲ ਨਾ ਕਰ। ਜਿਹੜਾ ਜੀਵ ਹੰਕਾਰ ਕਰਦਾ ਹੈ ਨਾ, ਸੋ ਮਹਾਰਾਜ ਫਰਮਾਨ ਕਰਦੇ ਨੇ, ਜੇ ਕੋ ਬਹੁਤ ਕਰੈ ਅਹੰਕਾਰ ਉਹ ਖਿਨਮੈ ਰੁਲਤਾ ਖਾਕੂ ਨਾਲ। ਬਹੁਤਾ ਹੰਕਾਰ ਕੀਤਾ ਕਿ ਮੇਰੇ ਕੋਲ ਪਦਵੀ ਹੈ, ਮੇਰੇ ਕੋਲ ਰਾਜ ਭਾਗ ਹੈ, ਮੇਰੇ ਕੋਲ ਵਜ਼ੀਰੀ ਹੈ, ਅਮੀਰੀ ਹੈ, ਚੌਧਰ ਹੈ, ਮੇਰੇ ਕੋਲ ਧਨ ਦੌਲਤ ਦਾ ਬਲ ਹੈ, ਬਹੁਤ ਹੰਕਾਰ ਕਰਦਾ ਹੈ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਕੀ ਰਜ਼ਾ ਹੋ ਗਈ ਤਾਂ ਉਦੋਂ ਉਹ ਖਿਨ ਵਿੱਚ ਹੀ ਮਿੱਟੀ ਦੇ ਨਾਲ ਰੁਲ ਜਾਂਦਾ ਹੈ, ਮਿੱਟੀ ਹੀ ਹੋ ਜਾਂਦਾ ਹੈ। ਇਉਂ ਆਪਣੇ ਕੀਤੇ ਕਰਮਾਂ ਦਾ ਖਮਿਆਜਾ ਜੀਵ ਨੂੰ ਜ਼ਰੂਰ ਬਰ ਜ਼ਰੂਰ ਭੁਗਤਣਾ ਪੈਂਦਾ ਹੈ। ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਦਫਤਰ ਲੇਖਾ ਨੀਕ ਸੈ, ਮਾਰ ਮੁਹੈ ਮੋਹਿ ਖਾਏ। ਜੋਰ ਕੀਆ, ਜਿਹੜਾ ਕਿਸੇ ਉੱਪਰ ਜ਼ੋਰ ਕੀਤਾ, ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਕੀਤੀ, ਕਿਸੇ ਤੇ ਧੱਕਾ ਕੀਤਾ, ਜ਼ਬਰਦਸਤੀ ਕੀਤੀ, ਸੋ ਜ਼ੁਲਮ ਹੈ। ਇਹ ਬੜਾ ਵੱਡਾ ਜ਼ੁਲਮ ਕੀਤਾ, ਇਹ ਕਹਿਰ ਕਮਾਇਆ। ਤੇ ਚੇਤੇ ਰੱਖੀ ਐ ਜੀਵ ਕੇ ਲੈ ਜਵਾਬ ਖੁਦਾਏ। ਜਿਹੜੀ ਤੂੰ ਲਾਚਾਰਾਂ ਬੇਵਸ ਜੀਵਾਂ ਉੱਪਰ ਇਉਂ ਜ਼ਬਰਦਸਤੀ ਕੀਤੀ ਹੈ, ਜਿਹੜਾ ਜ਼ੋਰ ਵਰਤਿਆ, ਜਿਹੜਾ ਧੱਕਾ ਕੀਤਾ ਹੈ ਨਾ, ਤੇਰੇ ਕੀਤੇ ਹੋਏ ਇਸ ਧੱਕੇ ਦਾ ਜਵਾਬ ਉਹ ਖੁਦਾ, ਉਹ ਪ੍ਰਮਾਤਮਾ ਤੈਥੋਂ ਜ਼ਰੂਰ ਬਰ ਜ਼ਰੂਰ ਲਵੇਗਾ। ਦਫ਼ਤਰ ਲੇਖਾ ਨੀਕਸ ਹੈ। ਜਦੋਂ ਤੇਰਾ ਸੂਖਮ ਸਰੀਰ ਵਾਹਿਗੁਰੂ ਦੇ ਦਰ ਤੇ ਉਹ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਪੇਸ਼ ਹੋਵੇਗਾ, ਤੇਰੇ ਚੰਗੇ ਮੰਦੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਵਿਚਾਰਿਆ ਜਾਵੇਗਾ। ਜਦੋਂ ਇਹ ਲੇਖਾ ਉੱਥੇ ਨਿਕਲ ਆਇਆ ਨਾ, ਇਹ ਲਿਖਤ ਨਿਕਲ ਆਈ ਕਿ ਤੂੰ ਇਹ ਜ਼ੁਲਮ ਕੀਤਾ, ਇਹ ਜਬਰ ਕੀਤਾ, ਇਹ ਧੱਕਾ ਕੀਤਾ ਕਿਸੇ ਨਾਲ,
ਤਾਂ ਉਦੋਂ ਫਿਰ ਮਾਰ ਮੁਹੇ ਮੁਹੇ ਖਾਏ। ਮੂੰਹ ਉੱਪਰ ਮਾਰਾਂ ਹੀ ਮਾਰਾਂ ਖਾਵੇਂਗਾ, ਬਹੁਤ ਜ਼ਿਆਦਾ ਜਮਾ ਦੀਆਂ ਸਜ਼ਾਵਾਂ ਉਸ ਵਕਤ ਤੈਨੂੰ ਝੱਲਣੀਆਂ ਪੈਣਗੀਆਂ। ਇਸੇ ਤਰ੍ਹਾਂ ਹੋਰ ਵੀ ਬਚਨ ਨੇ ਭਗਤ ਬਾਣੀ ਵਿੱਚ, ਮਨੁੱਖ ਇਉਂ ਆਪਣੇ ਚਿਹਰੇ ਤੇ, ਆਪਣੀ ਦਾੜੀ ਤੇ, ਆਪਣੀ ਪੱਗ ਤੇ ਇਉਂ ਹੱਥ ਫੇਰਦਾ, ਕਹਿਰ ਵਿੱਚ ਹੰਕਾਰ ਵਿੱਚ ਗੱਲਾਂ ਕਰਦਾ ਹੈ ਨਾ ਕਿ ਫਲਾਣਾ ਮੇਰੇ ਅੱਗੇ ਕੀ ਹੈ, ਮੈਂ ਉਹਨੂੰ ਕੀ ਸਮਝਦਾ, ਮੈਂ ਉਹਨੂੰ ਚੰਗਾ ਸਬਕ ਸਿਖਾਵਾਂਗਾ, ਮੈਂ ਐਦਾਂ ਦੀ ਐਦਾਂ ਕਰ ਦਿਆਂਗਾ। ਭਗਤ ਰਸਨਾ ਰਾਹੀਂ ਗੁਰਬਾਣੀ ਵਿੱਚ ਫੁਰਮਾਨ ਹੈ ਕਿ ਆਪਸ ਕਉ ਦੀਰਘ ਕਰ ਜਾਣੈ, ਔਰਨ ਕਉ ਲਗ ਮਾਤ। ਜਦੋਂ ਮਨੁੱਖ ਹੰਕਾਰ ਵਿੱਚ ਹੋਵੇ ਤਾਂ ਉਹਦੀ ਭਾਵਨਾ ਕੀ ਹੈ ਕਿ ਆਪਣੇ ਆਪ ਨੂੰ ਬੜਾ ਮਹਾਨ ਸਮਝਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ, ਤੇ ਦੂਜਿਆਂ ਨੂੰ ਐਵੇਂ ਲਗ ਮਾਤਰ, ਤੁਛ ਮਾਤਰ ਕਿ ਦੂਜੇ ਤਾਂ ਮੇਰੇ ਸਾਹਮਣੇ ਐਵੇਂ ਕੀੜੇ ਮਕੌੜੇ ਹੀ ਹੈ, ਮੈਂ ਉਹਨੂੰ ਕੀ ਸਮਝਦਾ। ਇਹ ਸਾਡੀ ਆਮ ਹੀ ਗੱਲ ਹੁੰਦੀ ਹੈ ਨਾ, ਮੇਰੇ ਸਾਹਮਣੇ ਉਹ ਕੀ ਹੈ। ਇਉਂ ਮਨਸਾ ਬਾਚਾ ਕਰਮਨਾ, ਮਨਸਾ ਮਨ ਕਰਕੇ ਵੀ ਤੇ ਬੁੱਧੀ ਕਰਕੇ ਵੀ ਹੰਕਾਰ ਹੀ ਹੰਕਾਰ ਹੈ। ਬਾਚਾ ਬਚਨਾਂ ਦੇ ਵਿੱਚੋਂ ਹੀ ਹੰਕਾਰ ਦੀ ਬਦਬੂ ਆਉਂਦੀ ਹੈ, ਹੰਕਾਰ ਹੀ ਝਲਕਦਾ ਹੈ। ਤੇ ਕਰਮਨਾ, ਕਰਮ ਭਾਵ ਇਹ ਜਿਹੜਾ ਸਰੀਰ ਹੈ, ਸਰੀਰ ਵੀ ਇਉਂ ਹੰਕਾਰ ਦੇ ਵਿੱਚ ਹੀ ਅਟਿਆ ਪਿਆ ਹੈ, ਆਕੜਿਆ ਪਿਆ ਹੈ। ਤੇ ਭਗਤ ਜੀ ਫਰਮਾਨ ਕਰਦੇ ਨੇ ਕਿ ਇਉਂ ਜਿਹੜੇ ਹੰਕਾਰੀ ਜੀਵ ਆਪਣੇ ਆਪ ਨੂੰ ਬੜਾ ਵੱਡਾ ਮਹਾਨ ਮੰਨੀ ਬੈਠੇ ਹੈ ਤੇ ਦੂਜਿਆਂ ਨੂੰ ਐਵੇਂ ਤੁਛ ਮਾਤਰ ਹੀ ਗਿਣਦੇ ਨੇ ਨਾ, ਮੈਂ ਦੇਖੇ ਦੋਜਕ ਜਾਤ। ਮੈਂ ਇਹੋ ਜਿਹੇ ਹੰਕਾਰੀ ਜੀਵਾਂ ਨੂੰ ਆਖਰ ਦੋਜ਼ਖਾਂ ਵਿੱਚ ਭਾਵ ਨਰਕਾਂ ਵਿੱਚ ਜਾਂਦੇ ਵੇਖਿਆ। ਕਹਿਣ ਤੋਂ ਭਾਵ ਕਿ ਉਹ ਨਰਕਾਂ ਦੇ ਵਿੱਚ ਪੈਂਦੇ ਹੈ। ਮਾਨੋ ਇਸ ਜੀਵਨ ਦੇ ਵਿੱਚ ਵੀ ਉਹਨਾਂ ਨੂੰ ਨਰਕ ਦੀ ਪ੍ਰਾਪਤੀ ਹੋ ਹੀ ਜਾਂਦੀ ਹੈ ਜਿਉਂਦਿਆਂ ਵੀ, ਕਿਉਂਕਿ ਜਦੋਂ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਜਦੋਂ ਪੁੱਠੀ ਨਦਰ ਪ੍ਰਮਾਤਮਾ ਦੀ ਹੋ ਜਾਵੇ, ਵੱਡਿਆਂ ਵੱਡਿਆਂ ਸੁਲਤਾਨਾਂ ਨੂੰ ਵੀ ਉਹ ਰੋਲ ਕੇ ਰੱਖ ਦਿੰਦਾ ਹੈ। ਸ਼ਾਹਜਹਾਨ ਨੇ ਹੰਕਾਰ ਹੀ ਕੀਤਾ ਸੀ ਨਾ, ਆਪਣੇ ਬਾਦਸ਼ਾਹ ਹੋਣ ਦਾ, ਰਾਜਿਆਂ ਮਹਾਰਾਜਿਆਂ ਉੱਪਰ ਆਪਣਾ ਹੁਕਮ ਚੱਲਦਾ ਹੋਣ ਦਾ, ਤੇ 4 ਵਾਰ ਗੁਰੂ ਘਰ ਤੇ ਫੌਜਾਂ ਚਾੜੀਆਂ। ਪਰ ਹੋਇਆ ਕਿ ਜਦੋਂ ਪ੍ਰਮਾਤਮਾ ਦੀ ਨਜ਼ਰ ਉਪੱਠੀ ਹੋਈ, ਆਪਣੇ ਪੁੱਤਰ ਔਰੰਗਜ਼ੇਬ ਨੇ ਤਖਤ ਤੋਂ ਜਬਰੀ ਲਾਇਆ, ਬਿਮਾਰ ਹਾਲਤ ਵਿੱਚ ਪਏ ਹੋਏ ਨੂੰ ਤਖਤ ਤੇ ਆਪ ਕਬਜ਼ਾ ਕਰ ਲਿਆ ਤੇ ਸ਼ਾਹਜਹਾਨ ਨੂੰ ਕੈਦ ਵਿੱਚ ਪਾ ਦਿੱਤਾ, ਭੁੱਖਾ ਧਿਆਇਆ ਰੱਖਿਆ। ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸਣਾ ਪਿਆ ਸੀ ਉਸ ਨੂੰ। ਗਵਾਲੀਅਰ ਤੋਂ ਆਗਰੇ ਲਿਆਂਦਾ ਜਾ ਰਿਹਾ, ਹਾਥੀ ਉੱਪਰ ਬਿਠਾ ਕੇ, ਮੁਸ਼ਕਾਂ ਬੰਨੀਆਂ ਹੋਈਆਂ। ਸੋ ਚਣਿਆਂ ਦਾ ਖੇਤ ਹੈ, ਛੋਲਿਆਂ ਦਾ। ਸੋ ਉਸ ਵਕਤ ਸਰੀਰਕ ਕਿਰਿਆ ਕਰਨ ਦੇ ਬਹਾਨੇ, ਲਘੂ ਕਿਰਿਆ ਇਤਿਆਦਿਕ ਪਿਸ਼ਾਬ ਕਿਰਿਆ ਕਰਨ ਦੇ ਬਹਾਨੇ ਹੇਠਾਂ ਉਤਰਿਆ ਸੀ ਹਾਥੀ ਤੋਂ। ਤੇ ਜਿਵੇਂ ਪਸ਼ੂ ਘਾਹ ਚਰਦੇ ਨੇ ਨਾ ਮੂੰਹ ਦੇ ਨਾਲ, ਇਉਂ ਮੂੰਹ ਮਾਰ ਕੇ ਛੋਲਿਆਂ ਦੇ ਬੂਟੇ ਖਾਣ ਦਾ ਯਤਨ ਕੀਤਾ ਸੀ। ਇਹ ਵੱਡੇ ਸੁਲਤਾਨ ਦੀ, ਬਾਦਸ਼ਾਹ ਦੀ ਹਾਲਤ ਹੋਈ। ਪੂਰਾ ਨਿਆਂ ਕਰੇ ਕਰਤਾਰ। ਸੋ ਹਜੂਰ ਫਰਮਾਉਂਦੇ ਨੇ ਕਿ ਇਉਂ ਜਿਹੜੇ ਵੱਡੇ ਵੱਡੇ ਹੰਕਾਰੀ ਨੇ ਨਾ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਉਹ ਆਪਣੇ ਹੰਕਾਰ ਵਿੱਚ ਹੀ ਗਲ ਸੜ ਜਾਂਦੇ ਨੇ। ਇਉਂ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਜਿਹੜਾ ਗਰੀਬਾਂ ਦੇ ਉੱਪਰ ਖਿੱਚ ਕੇ ਆਪਣੀ ਦਾੜੀ ਤੇ ਹੱਥ ਫੇਰਦਾ, ਜਿਹੜਾ ਦੂਜਿਆਂ ਤੇ ਧੱਕਾ ਕਰਦਾ, ਜ਼ੋਰ ਜ਼ਬਰਦਸਤੀ ਜ਼ੁਲਮ ਕਰਦਾ ਹੈ ਨਾ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਅਕਾਲ ਪੁਰਖ ਵਾਹਿਗੁਰੂ ਐਸੀ ਦਾੜੀ ਨੂੰ ਅੱਗ ਵਿੱਚ ਸਾੜ ਦਿੰਦਾ ਹੈ, ਉਹਨੂੰ ਵੀ ਦੁੱਖਾਂ ਵਿੱਚ ਪਾ ਦਿੰਦਾ ਹੈ। ਆਖਰ ਉਹ ਮੁਸ਼ਕਲਾਂ, ਉਹ ਮੁਸੀਬਤਾਂ, ਉਹ ਦੁੱਖ ਉਸ ਨੂੰ ਝੱਲਣੇ ਪੈਂਦੇ ਹੈ। ਦੁੱਖਾਂ ਦੀ ਅੱਗ ਵਿੱਚ ਉਹ ਇਸ ਸੰਸਾਰ ਵਿੱਚ ਵੀ ਸੜਦਾ ਹੈ ਤੇ ਪਰਲੋਕ ਵਿੱਚ ਵੀ ਦੁੱਖਾਂ ਦੀ ਜਿਹੜੀ ਅਗਨੀ ਹੈ ਉਹ ਉਹਦੇ ਵਾਸਤੇ ਲਟ ਲਟ ਪਈ ਬਲਦੀ ਹੈ। ਇਉਂ ਆਪਣੇ ਕੀਤੇ ਹੋਏ ਕਰਮਾਂ ਦਾ ਜਿਹੜਾ ਨਤੀਜਾ ਹੈ, ਫਲ ਹੈ, ਇਹ ਜ਼ਰੂਰ ਬਰ ਜ਼ਰੂਰ ਜੀਵ ਨੂੰ ਭੁਗਤਣਾ ਹੀ ਪੈਂਦਾ ਹੈ। ਸਮਝਾ ਰਹੇ ਨੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਐ ਜੀਵ ਕਦੇ ਕਿਸੇ ਤੇ ਧੱਕਾ ਨਾ ਕਰ, ਕਦੇ ਜ਼ਬਰਦਸਤੀ ਨਾ ਕਰ, ਜ਼ੋਰ ਜ਼ੁਲਮ ਜ਼ਬਰ ਨਾ ਕਰ ਕਿਸੇ ਉੱਪਰ। ਭਾਵੇਂ ਤੇਰੇ ਕੋਲ ਤਾਕਤ ਹੈ, ਉਸ ਤਾਕਤ ਨੂੰ ਵਰਤ ਦੁਨੀਆ ਦੇ ਭਲੇ ਵਾਸਤੇ, ਨਾ ਕਿ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਦੁਨੀਆ ਤੇ ਧੱਕਾ ਕਰਨ ਵਾਸਤੇ। ਪੰਚਮ ਪਾਤਸ਼ਾਹ ਜੀ ਦੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਇੱਕ ਸ਼ਲੋਕ ਹੈ, ਦਾਨੰ ਪਰਾਪੂਰਬੇਣ ਪੁੰਚੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕਹਿ, ਨਾਨਕ ਚਰੰਕਾਲ ਦੁੱਖ ਭੋਗਤੇ। ਜਿਹੜੇ ਕੋਈ ਪੂਰਬਲੇ ਦਾਨ ਪੁੰਨ ਕੀਤੇ, ਕੋਈ ਚੰਗੇ ਕਰਮ ਕੀਤੇ, ਉਹਨਾਂ ਦਾ ਇਹ ਫਲ ਮਿਲਿਆ ਕਿ ਰਾਜ ਭਾਗ ਦੀ ਪ੍ਰਾਪਤੀ ਹੋ ਗਈ। ਦਾਨੰ ਪਰਾਪੂਰਬੇਣ, ਪੂਰਬਲੇ ਜਨਮਾਂ ਦੇ ਪ੍ਰਾਤਨ ਕੀਤੇ ਹੋਏ ਜਿਹੜੇ ਦਾਨ ਪੁੰਨ ਨੇ, ਪੁੰਚੰਤੇ ਮਹੀਪਤੇ, ਜਿਹੜੇ ਧਰਤੀ ਦੇ ਮਾਲਕ ਰਾਜੇ ਨੇ,
ਭਾਵ ਸੱਤਾ ਦੇ ਪ੍ਰਾਪਤ ਲੋਕ ਨੇ, ਉਹ ਉਸ ਦਾਨ ਦਾ ਫਲ ਜਿਹੜੇ ਹੈ ਉਹ ਭੁਗਤ ਰਹੇ ਹੈ, ਉਹਦੀ ਪ੍ਰਾਪਤੀ ਉਹਨਾਂ ਨੂੰ ਹੋ ਰਹੀ ਹੈ। ਪਰ ਰਾਜ ਸੱਤਾ ਦੀ ਪ੍ਰਾਪਤੀ ਕਰਕੇ ਵਿਪਰੀਤ ਬੁੱਧੀ ਵਿਪਰੀਤ ਹੋ ਜਾਂਦੀ ਹੈ, ਮੱਤ ਮਾਰੀ ਜਾਂਦੀ ਹੈ। ਰਾਜ ਮਦ ਹੈ ਹੀ ਐਸਾ, ਇਹ ਨਸ਼ਾ ਹੀ ਇਹੋ ਜਿਹਾ ਕੁਰਸੀ ਦਾ ਕਿ ਮੱਤ ਜਿਹੜੀ ਹੈ ਉਹ ਫਿਰ ਜਾਂਦੀ ਹੈ, ਹੰਕਾਰ ਵਾਲੀ ਬੁੱਧ ਪ੍ਰਮੁੱਖ ਹੋ ਜਾਂਦੀ ਹੈ ਤੇ ਉਸ ਹੰਕਾਰ ਵਾਲੀ ਬੁੱਧ ਦੇ ਨਾਲ ਮਾਰਤ ਲੋਕ ਹੈ, ਲੋਕਾਂ ਨੂੰ ਮਾਰਦੇ ਨੇ। ਮੈਨੂੰ ਕਿਹੜਾ ਹੁਣ ਪੁੱਛਣ ਵਾਲਾ, ਮੈਂ ਜੋ ਮਰਜ਼ੀ ਕਰਾਂ। ਆਹ ਲੀਡਰਾਂ ਦੇ ਵੱਡੇ ਵੱਡੇ ਸਕੈਂਡਲ ਸਾਡੇ ਸਾਹਮਣੇ ਆਉਂਦੇ ਹੀ ਨੇ ਨਾ। ਰੱਬ ਭੁੱਲਿਆ ਹੋਇਆ ਹੁੰਦਾ ਤਾਂ ਹੀ ਇਹ ਸਭ ਕੁਝ ਵਾਪਰਦਾ ਹੈ। ਇਉਂ ਲੋਕਾਂ ਨੂੰ ਤੰਗ ਕਰਦੇ ਆ, ਕਿਸੇ ਨੂੰ ਪ੍ਰਤੱਖ ਤੌਰ ਤੇ ਧੱਕਾ ਜ਼ੋਰ ਜ਼ਬਰਦਸਤੀ ਕਰਕੇ ਮਾਰ ਦਿੱਤਾ, ਕਿਸੇ ਨੂੰ ਕਲਮ ਦੇ ਜ਼ੋਰ ਨਾਲ, ਕਿਸੇ ਨੂੰ ਕਾਨੂੰਨ ਦੇ ਜ਼ੋਰ ਨਾਲ ਮਾਰ ਦਿੱਤਾ, ਨਜਾਇਜ਼ ਵਰਤੋਂ ਕਰਦਿਆਂ ਹੋਇਆਂ। ਨਤੀਜਾ ਕੀ ਨਿਕਲਦਾ? ਨਾਨਕ ਚਿਰੰਕਾਲ ਦੁੱਖ ਭੋਗ ਤੇ, ਚਿਰਕਾਲ ਲੰਮਾ ਸਮਾਂ ਫਿਰ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ, ਜੂਨਾਂ ਵਿੱਚ ਪੈਂਦੇ ਐ, ਨਰਕਾਂ ਦੇ ਦੁੱਖ ਚੱਲਦੇ ਐ। ਇਸੇ ਗੁਰਵਾਕ ਨੂੰ ਹੀ ਆਮ ਤੌਰ ਤੇ ਕਹਾਵਤ ਵਿੱਚ ਇਉਂ ਵਰਤਿਆ ਜਾਂਦਾ ਕਿ ਤਪੋਂ ਰਾਜ ਰਾਜੋਂ ਨਰਕ, ਇਹ ਹਾਲਤ ਹੋ ਜਾਂਦੀ ਹੈ। ਸੋ ਹਜ਼ੂਰ ਫਰਮਾਉਂਦੇ ਨੇ, ਪੂਰਾ ਨਿਆਓ ਕਰੇ ਕਰਤਾਰ। ਕਰਤਾਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸਭ ਦੀ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ। ਕਰਤਾਰ ਜਿਸ ਦੇ ਹੱਥ ਵਿੱਚ ਸਾਰਿਆਂ ਦੀ ਚੇਤਨ ਸੱਤਾ ਰੂਪੀ ਤਾਰ ਹੈ, ਜਿਸ ਦੇ ਹੱਥ ਵਿੱਚ ਸਾਰਿਆਂ ਉੱਪਰ ਹੁਕਮ ਰੂਪੀ ਤਾਰ ਹੈ, ਜਿਵੇਂ ਜਿਵੇਂ ਖਿੱਚਦਾ ਤਿਵੇਂ ਤਿਵੇਂ ਜੀਵ ਤੁਰਦੇ ਹੈ। ਉਹ ਕਰਤਾਰ ਅਕਾਲ ਪੁਰਖ ਵਾਹਿਗੁਰੂ ਪੂਰਾ ਨਿਆਂ ਕਰਦਾ ਹੈ, ਪੂਰਾ ਇਨਸਾਫ ਕਰਦਾ ਹੈ। ਉਹਦੇ ਇਨਸਾਫ ਵਿੱਚ ਕਿਸੇ ਤਰ੍ਹਾਂ ਦੇ ਵਾਧੇ ਘਾਟੇ ਦੀ ਗੁੰਜਾਇਸ਼ ਹੀ ਨਹੀਂ। ਗੁਰੂ ਕਾ ਬਚਨ ਹੈ, ਮਾਨਸਾ ਕਿਹੋ ਦੀ ਬਾਣਹੁ ਕੋਈ ਨਸ ਭੱਜ ਨਿਕਲੈ, ਹਰ ਦੀ ਬਾਣਹੁ ਕੋਈ ਕਿੱਥੇ ਜਾਇਆ। ਮਨੁੱਖ ਨੇ ਕੋਈ ਗੁਨਾਹ ਕੀਤਾ, ਕੋਈ ਭੈੜਾ ਕਰਮ ਕੀਤਾ, ਕਾਨੂੰਨ ਤੋਂ ਉਲਟ ਕਰਮ ਕੀਤਾ, ਧੱਕਾ ਕੀਤਾ, ਜ਼ੋਰ ਜ਼ਬਰਦਸਤੀ ਕੀਤੀ, ਕਚਹਿਰੀ ਵਿੱਚ ਮੁਕੱਦਮਾ ਚਲਿਆ ਗਿਆ ਤੇ ਆਪਣੀ ਰਾਜਸੀ ਤਾਕਤ ਦੀ ਵਰਤੋਂ ਕਰਦਿਆਂ ਹੋਇਆਂ ਕਈ ਤਾਣੇ ਬਾਣੇ ਬੁਣ ਲਏ। ਜਿਹੜੇ ਸੱਚੇ ਗਵਾਹ ਸੀ ਉਹ ਜਾਂ ਲਾਲਚ ਦੇ ਨਾਲ ਜਾਂ ਡਰ ਦੇ ਨਾਲ ਉਹ ਮੁਕਰਾ ਲਏ, ਆਪਣੇ ਹੱਕ ਵਿੱਚ ਝੂਠੇ ਗਵਾਹ ਖੜੇ ਕਰ ਲਏ, ਵਕੀਲ ਖਰੀਦ ਲਏ, ਜੱਜ ਤੱਕ ਵੀ ਖਰੀਦ ਲਏ ਤੇ ਫੈਸਲਾ ਆਪਣੇ ਹੱਕ ਵਿੱਚ ਕਰਾ ਲਿਆ। ਇਹ ਕੁਝ ਹੁੰਦਾ ਹੀ ਹੈ ਨਾ। ਮਾਨਸਾ ਕਿਉ ਦੀ ਬਾਣਹੁ ਕੋਈ ਨਸ ਭੱਜ ਨਿਕਲੈ। ਜਿਹੜੀਆਂ ਮਨੁੱਖਾਂ ਦੀਆਂ ਕਚਹਿਰੀਆਂ ਨੇ, ਅਦਾਲਤਾਂ ਨੇ, ਇਹਨਾਂ ਵਿੱਚੋਂ ਨਸ ਭੱਜ ਕਰਕੇ, ਦੌੜ ਭੱਜ ਕਰਕੇ ਕੋਈ ਨਿਕਲ ਹੀ ਜਾਵੇ ਤਾਂ ਨਿਕਲ ਹੀ ਜਾਵੇ। ਨਿਕਲ ਜਾਂਦੇ ਨੇ ਵੱਡੇ ਵੱਡੇ ਲੋਕ, ਪਰ ਹਰ ਦੀ ਬਾਣਹੁ ਕੋਈ ਕਿੱਥੇ ਜਾਇਆ। ਵਾਹਿਗੁਰੂ ਕੇ ਦੀਵਾਨ ਵਿੱਚੋਂ, ਵਾਹਿਗੁਰੂ ਕੀ ਕਚਹਿਰੀ ਵਿੱਚੋਂ ਭਲਾ ਕੋਈ ਕਿੱਥੇ ਚਲਿਆ ਜਾਵੇਗਾ। ਉੱਥੇ ਸਿਫਾਰਿਸ਼ ਨਹੀਂ ਚੱਲਣੀ, ਉੱਥੇ ਵੱਡੀ ਨਹੀਂ ਚੱਲਣੀ। ਦੁਨਿਆਵੀ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ, ਨਾ ਵਕੀਲ ਨੂੰ ਪਤਾ ਹੈ ਕਿ ਅਸਲ ਵਿੱਚ ਕੀ ਹੋਇਆ ਸੀ, ਨਾ ਜੱਜ ਨੂੰ ਪਤਾ ਹੈ। ਆਪੋ ਆਪਣੀ ਲਿਆਕਤ ਦੇ ਮੁਤਾਬਕ ਵਕੀਲ ਜੋ ਦਲੀਲਾਂ ਦੇਣਗੇ, ਉਹਨਾਂ ਦਲੀਲਾਂ ਦੇ ਆਧਾਰ ਉੱਪਰ ਜੱਜ ਜਿਹੜਾ ਹੈ ਉਹ ਆਪਣਾ ਫੈਸਲਾ ਸੁਣਾਵੇਗਾ। ਉਹ ਠੀਕ ਵੀ ਹੋ ਸਕਦਾ ਹੈ, ਉਹ ਗਲਤ ਵੀ ਹੋ ਸਕਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਨਾਲ ਤਾਂ ਸਭੋ ਕੁਝ ਪਤਾ ਹੀ ਹੈ ਨਾ। ਉਹਦੇ ਕੋਲੋਂ ਤਾਂ ਕੁਝ ਵੀ ਗੁੱਝਾ ਨਹੀਂ, ਕੁਝ ਵੀ ਲੁਕਿਆ ਨਹੀਂ। ਉੱਥੇ ਆਪਣੇ ਹੱਕ ਵਿੱਚ ਦਲੀਲਾਂ ਦੇਣ ਦੀ ਕੋਈ ਲੋੜ ਨਹੀਂ, ਉੱਥੇ ਆਪਣੇ ਵਿਰੋਧ ਵਿੱਚ ਕਿਸੇ ਦੇ ਹੋਰ ਦੇ ਦਲੀਲਾਂ ਦੇਣ ਦੀ ਲੋੜ ਨਹੀਂ, ਕਿਉਂਕਿ ਜੋ ਆਪਾਂ ਕੀਤਾ ਉਹ ਪ੍ਰਮਾਤਮਾ ਭਲੀ ਭਾਂਤ ਜਾਣਦਾ ਹੈ। ਤੇ ਫਿਰ ਉੱਥੇ ਕਿਸੇ ਪ੍ਰਕਾਰ ਦੀ ਕੋਈ ਦਲੀਲ ਅਪੀਲ ਵਕੀਲ ਜਿਹੜੀ ਹੈ ਉਹ ਚੱਲਣੀ ਨਹੀਂ। ਜੋ ਕੀਤਾ ਹੈ ਉਹਦਾ ਫਲ ਭੁਗਤਣਾ ਪਵੇਗਾ, ਜੋ ਨਹੀਂ ਕੀਤਾ ਉਹ ਨਹੀਂ ਭੁਗਤਣਾ ਪਵੇਗਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜਿਆ ਕਿਸੇ ਥਾਏ। ਦੁਨਿਆਵੀ ਕਚਹਿਰੀਆਂ ਵਿੱਚ ਤਾਂ ਕਈ ਵਾਰ ਇਉਂ ਗੁਨਾਹਗਾਰ ਛੁੱਟ ਜਾਂਦੇ ਨੇ, ਬੇਗੁਨਾਹਾਂ ਨੂੰ ਸਜ਼ਾਵਾਂ ਹੋ ਜਾਂਦੀਆਂ। ਵਾਹਿਗੁਰੂ ਦੀ ਦਰਗਾਹ ਵਿੱਚ ਐਸਾ ਨਹੀਂ ਚੱਲਦਾ, ਕੋਈ ਬੇਗੁਨਾਹ ਨਹੀਂ ਰਗੜਿਆ ਜਾਵੇਗਾ ਤੇ ਗੁਨਾਹਗਾਰ ਜਿਹੜਾ ਹੈ ਉਹ ਕਿਸੇ ਤਰ੍ਹਾਂ ਛੁੱਟ ਨਹੀਂ ਸਕੇਗਾ। ਹਰ ਦੀ ਬਾਣੋਂ ਕੋਈ ਕਿੱਥੇ ਜਾਇਆ। ਵਾਹਿਗੁਰੂ ਕੀ ਕਚਹਿਰੀ ਵਿੱਚੋਂ ਭਲਾ ਕੋਈ ਕਿੱਥੇ ਚਲਿਆ ਜਾਵੇਗਾ, ਨਹੀਂ ਜਾ ਸਕਦਾ। ਪੂਰਾ ਨਿਆਓ ਕਰੇ ਕਰਤਾਰ। ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪੂਰਾ ਪੂਰਾ ਇਨਸਾਫ ਕਰਦਾ ਹੈ। ਘੜੀ ਘੜੀ ਕਾ ਲੇਖਾ ਲੇਵੈ ਹੈ, ਘੜੀ ਘੜੀ ਕਾ ਲੇਖਾ ਲੇਵੈ, ਰਤੀਆ ਹੋ ਮਾਸਾ ਤੋਲ ਕਢਾਵਣਿਆ। ਘੜੀ ਘੜੀ ਉਹ ਪ੍ਰਮਾਤਮਾ ਨੇ ਲੇਖਾ ਸਾਥੋਂ ਲੈਣਾ ਸਾਡੇ ਕਰਮਾਂ ਦਾ। ਰੱਤੀ ਰੱਤੀ ਮਾਸਾ ਮਾਸਾ ਤੋਲ ਤੱਕ ਜਿਹੜਾ ਵੀ ਕੋਈ ਵਿਚਾਰ ਹੈ, ਜਿਹੜੇ ਵੀ ਸਾਡੇ ਕਰਮ ਨੇ, ਸੂਖਮ ਤੋਂ ਸੂਖਮ ਵੀ ਕਰਮ ਜਿਹੋ ਜਿਹੇ ਕੀਤੇ ਆਪਾਂ, ਚੰਗੇ ਜਾਂ ਮੰਦੇ,
ਉਹਨਾਂ ਦੀ ਵਿਚਾਰ ਉੱਥੇ ਕਢਾ ਲਈ ਜਾਣੀ ਹੈ ਤੇ ਉਹਨਾਂ ਦੇ ਆਧਾਰ ਉੱਪਰ ਪ੍ਰਮਾਤਮਾ ਨੇ ਪੂਰਾ ਨਿਆਂ ਕਰਨਾ ਹੈ। ਸੰਸਾਰ ਵਿੱਚ ਵੀ ਵਾਹਿਗੁਰੂ ਐਸੀ ਕਿਰਪਾਕਾਰੀ ਦਿੰਦਾ ਹੈ ਕਿ ਇਉਂ ਨਿਆਂ ਦੀ ਦਾਤ ਬਖਸ਼ਦਾ ਹੈ ਆਪਣੇ ਪਿਆਰਿਆਂ ਨੂੰ, ਕਿਉਂਕਿ ਆਪਣੇ ਦਾਸ ਕਉ ਰਾਖਨਹਾਰ। ਉਹ ਵਾਹਿਗੁਰੂ ਆਪਣੇ ਦਾਸਾਂ ਨੂੰ ਸਦਾ ਰੱਖਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ। ਰੋਜ਼ ਆਪਾਂ ਸੁਬਾਹ ਸ਼ਾਮ ਧੰਨ ਸਤਿਗੁਰੂ ਰਾਮਦਾਸ ਜੀ ਕੇ ਕੀਤੇ ਹੋਏ ਬਚਨ ਚੇਤੇ ਕਰਦੇ ਆਂ, ਯਾਦ ਕਰਦੇ ਆਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਜੁਗਾਂ ਜੁਗਾਂ ਵਿੱਚ ਵਾਹਿਗੁਰੂ ਨੇ ਆਪਣੇ ਭਗਤ ਪੈਦਾ ਕੀਤੇ ਤੇ ਉਹਨਾਂ ਦੀ ਪੈਜ ਵੀ ਆਪ ਰੱਖਦਾ ਆਇਆ। ਤੇ ਇਸ ਮਹਾਵਾਕ ਦੀ ਪੁਸ਼ਟੀ ਕਰਦਿਆਂ ਹੋਇਆਂ, ਉਦਾਹਰਣ ਦਿੰਦਿਆਂ ਹੋਇਆਂ ਹਜ਼ੂਰ ਅਗਲਾ ਬਚਨ ਫਰਮਾਨ ਕਰਦੇ ਨੇ ਕਿ ਹਰਣਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਦੇਖੋ ਭਾਈ, ਅਕਾਲ ਪੁਰਖ ਵਾਹਿਗੁਰੂ ਕਾ ਪਿਆਰਾ ਭਗਤ ਹੈ ਪ੍ਰਹਿਲਾਦ, ਤੇ ਉਹਦੇ ਤੇ ਧੱਕਾ ਕਰ ਰਿਹਾ ਉਹਦਾ ਆਪਣਾ ਪਿਤਾ ਹਰਣਾਕਸ। ਤੇ ਜਾਨੋਂ ਮਾਰਨ ਤੱਕ ਦੀਆਂ ਕੋਸ਼ਿਸ਼ਾਂ ਕੀਤੀਆਂ, ਅਨੇਕਾਂ ਯਤਨ ਕੀਤੇ। ਗੇਰ ਤਾਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਹਰ ਪ੍ਰਕਾਰ ਵਾਹਿਗੁਰੂ ਨੇ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਆਖਰ ਫੇਰ ਵੀ ਜਦੋਂ ਹਰਣਾਕਸ ਨਹੀਂ ਟਲਿਆ ਤਾਂ ਹਰਣਾਕਸ ਦੁਸ਼ਟ ਹਰ ਮਾਰਿਆ। ਵਾਹਿਗੁਰੂ ਨੇ ਆਪ ਕੌਤਕ ਕਰਦਿਆਂ ਹੋਇਆਂ ਹਰਣਾਕਸ ਦੁਸ਼ਟ ਨੂੰ ਮਾਰਿਆ, ਉਹਦਾ ਖਾਤਮਾ ਕੀਤਾ। ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਜੀ ਨੂੰ ਤਰਾ ਲਿਆ, ਉਹਨਾਂ ਦੀ ਰੱਖਿਆ ਕੀਤੀ ਹੈ। ਅਗਲੀ ਪੰਕਤੀ ਵਿੱਚ ਉਦਾਹਰਣ ਦਿੱਤੀ ਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ। ਮਹਾਰਾਸ਼ਟਰ ਦੇ ਵਿੱਚ ਔਂਡਾ ਨਾਮ ਦਾ ਇਹ ਨਗਰ, ਜਿੱਥੇ ਵੱਡਾ ਉਹ ਮੰਦਰ ਹੈ ਜਿਸ ਦੇ ਪਿੱਛੇ ਭਗਤ ਨਾਮਦੇਵ ਜੀ ਜਾ ਬੈਠੇ ਸਨ, ਉਸ ਵਿੱਚੋਂ ਪੰਡਤਾਂ ਵੱਲੋਂ, ਹੰਕਾਰੀਆਂ ਵੱਲੋਂ ਧੱਕੇ ਮਾਰੇ ਜਾਣ ਤੋਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਭਗਤ ਜੀ ਵੱਲ ਮੰਦਰ ਘੁਮਾ ਦਿੱਤਾ ਤੇ ਹੰਕਾਰੀਆਂ ਉਹਨਾਂ ਪੰਡਤਾਂ ਵੱਲ ਉਸ ਦੀ ਪਿੱਠ ਕਰ ਦਿੱਤੀ ਸੀ। ਅੱਜ ਵੀ ਉਹ ਨਿਸ਼ਾਨੀ ਜਿਉਂਦੀ ਤਿਉਂ ਮੌਜੂਦ ਹੈ, ਪ੍ਰਤੱਖ ਨਿਸ਼ਾਨੀਆਂ ਵੇਖਣ ਵਿੱਚ ਆਉਂਦੀਆਂ ਨੇ। ਸੋ ਇਸ ਪ੍ਰਕਾਰ ਹੰਕਾਰੀਆਂ ਨੂੰ ਨਿਵਾਇਆ ਤੇ ਆਪਣੇ ਭਗਤ ਦੀ ਪੈਜ ਰੱਖੀ। ਹੁਣ ਆਪਾਂ ਇੱਥੇ ਇੱਕ ਸਿਧਾਂਤ ਸਮਝਣਾ ਹੈ। ਦੋ ਭਗਤਾਂ ਦੀ ਮਹਾਰਾਜ ਨੇ ਉਦਾਹਰਣ ਦਿੱਤੀ ਹੈ ਪਹਿਲੀ ਪੰਕਤੀ ਦੇ ਉਪਦੇਸ਼ ਨੂੰ ਸਿੱਧ ਕਰਨ ਦੇ ਹਿੱਤ, ਪਰ ਇਹ ਕੇਵਲ ਦੋਵਾਂ ਦੀ ਗੱਲ ਨਹੀਂ। ਜੇ ਯੁਗਾਂ ਦੀ ਰਚਨਾ ਮੁਤਾਬਕ ਤੱਕੀਏ ਤਾਂ ਹਰਣਾਕਸ ਪ੍ਰਹਿਲਾਦ ਦੀ ਜਿਹੜੀ ਵਾਰਤਾ ਹੈ ਇਹ ਸਤਯੁਗ ਦੀ ਮੰਨੀ ਜਾਂਦੀ ਹੈ। ਨਾਮਦੇਵ ਜੀ ਕਲਯੁਗ ਦੇ ਸਮੇਂ ਵਿੱਚ ਹੋਏ ਹੈ। ਸਤਿਗੁਰੂ ਗਰੀਬ ਨਿਵਾਜ ਜੀ ਨੇ ਕਟਾਹ ਕੁੰਡਲ ਨਿਆਏ ਦੇ ਮੁਤਾਬਕ, ਕਟਾਹ ਕੁੰਡਲ ਨਿਆਏ ਇੱਕ ਨੀਤੀ ਹੈ, ਜਿਵੇਂ ਵੱਡਾ ਸਾਰਾ ਕੜਾਹਾ ਹੈ ਉਹਦੇ ਦੋ ਕੁੰਡੇ ਹੁੰਦੇ ਨੇ, ਦੋਵਾਂ ਕੁੰਡਿਆਂ ਤੋਂ ਫੜ ਕੇ ਚੁੱਕੀਏ ਤਾਂ ਬਾਕੀ ਸਾਰੇ ਦਾ ਸਾਰਾ ਕੜਾਹਾ ਆਪਣੇ ਆਪ ਹੀ ਚੁੱਕਿਆ ਜਾਂਦਾ ਹੈ। ਇਸੇ ਤਰ੍ਹਾਂ ਆਰੰਭ ਵਾਲਾ ਬਚਨ ਕਹਿ ਦਿੱਤਾ, ਅਖੀਰ ਵਾਲਾ ਬਚਨ ਕਹਿ ਦਿੱਤਾ ਤਾਂ ਇਹਦਾ ਮਤਲਬ ਕਿ ਸਾਰੇ ਦੀ ਵਿਆਖਿਆ ਉਹਦੇ ਵਿੱਚ ਹੀ ਆ ਗਈ। ਆਦ ਤੇ ਅੰਤ ਕਹਿ ਦਈਏ ਤਾਂ ਆਦ ਅੰਤ ਦਾ ਵਿਚਕਾਰਲਾ ਮੌਕਾ ਜਿਹੜਾ ਆਪੀ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਭਾਵ ਕਿ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਚੌਹਾਂ ਯੁੱਗਾਂ ਵਿੱਚ ਜਿੰਨੇ ਵੀ ਭਗਤ ਪਰਮਾਤਮਾ ਨੇ ਪੈਦਾ ਕੀਤੇ ਉਹਨਾਂ ਦੀ ਪੈਜ ਰੱਖੀ ਤੇ ਭਗਤਾਂ ਨੂੰ ਦੁੱਖ ਦੇਣ ਵਾਲਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸਾਂਭਿਆ, ਆਪ ਹੀ ਉਹਨਾਂ ਦਾ ਨਾਸ ਕੀਤਾ। ਮਹਾਰਾਜ ਬਚਨ ਕਰਦੇ, ਭਗਤਾਂ ਕੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਣਾਕਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਜੋ ਜੋ ਤੇਰੇ ਭਗਤ ਦੁਖਾਏ ਉਹ ਤਤ ਕਾਲ ਤੁਮ ਮਾਰਾ, ਇਉਂ ਆਪਣੇ ਦਾਸ ਕਉ ਰਾਖਨਹਾਰ। ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸਾਂ ਦੀ ਸਦਾ ਹੀ ਰੱਖਿਆ ਕਰਨ ਵਾਲਾ ਹੈ, ਉਹਨਾਂ ਨੂੰ ਦੁੱਖਾਂ ਮੁਸੀਬਤਾਂ ਤੋਂ ਬਚਾਉਂਦਾ ਹੈ। ਤੇ ਜਿਹੜੇ ਭਾਈ ਉਹਨਾਂ ਉੱਪਰ ਧੱਕਾ ਕਰਦੇ, ਜ਼ੋਰ ਜ਼ੁਲਮ ਜ਼ਬਰਦਸਤੀ ਕਰਦੇ ਹੈ, ਭਾਵੇਂ ਕਿ ਸਮੇਂ ਮੁਤਾਬਕ ਉਹਨਾਂ ਦਾ ਜ਼ਬਰ ਚੱਲ ਜਾਵੇ, ਉਹਨਾਂ ਦਾ ਹੁਕਮ ਚੱਲ ਜਾਵੇ, ਆਪਣੀ ਮਨ ਆਈ ਕਾਰੀ ਲੈਣ, ਪਰ ਅਖੀਰ ਤਾਂ ਉਹਨਾਂ ਨੂੰ ਆਪਣੇ ਉਸ ਬੁਰੇ ਕਰਮ ਦਾ ਨਤੀਜਾ ਭੁਗਤਣਾ ਹੀ ਪੈਂਦਾ ਹੈ ਨਾ। ਪਾਪੀ ਚੰਦੂ ਨੇ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਪਰ ਬੜਾ ਕਹਿਰ ਕਮਾਇਆ, ਬੜੇ ਤਸੀਹੇ ਦਿੱਤੇ। ਆਪਾਂ ਜਾਣਦੇ ਹਾਂ ਇਤਿਹਾਸ ਨੂੰ। ਤੱਤੇ ਰੇਤੇ ਤੇ ਬਿਠਾਉਣਾ, ਤੱਤਾ ਰੇਤਾ ਸਰੀਰ ਦੇ ਉੱਪਰ ਪਾਉਣਾ, ਤੱਤੀ ਲੋਹ ਦੇ ਉੱਪਰ ਬਿਠਾਉਣਾ, ਦੇਗੇ ਵਿੱਚ ਉਬਾਲਣਾ। ਭੁੱਲ ਗਿਆ ਚੰਦੂ ਪਾਪੀ ਕਿ ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਆਪ ਪ੍ਰਤੱਖ ਹਾਰ ਹਨ ਤੇ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਸ਼ਾਂਤ ਰਸ ਦੇ ਵਿੱਚ ਨੇ। ਉਦੋਂ ਤਾਂ ਬੜਾ ਹੰਕਾਰ ਕਰਦਾ ਸੀ ਕਿ ਮੈਂ ਆਪਣੀ ਮਨ ਆਈ ਕਰ ਲਈ ਹੈ, ਮੈਂ ਜੋ ਚਾਹਿਆ ਸੋ ਕਰ ਲਿਆ, ਕੌਣ ਮੈਨੂੰ ਰੋਕ ਸਕਦਾ ਹੈ। ਪਰ ਆਖਰ ਆਇਆ ਨਾ ਉਹ ਸਮਾਂ
ਜਦੋਂ ਛੇਵੇਂ ਪਾਤਸ਼ਾਹ ਨੇ ਜਹਾਂਗੀਰ ਦੇ ਕੋਲੋਂ ਹੀ ਇਸ ਨੂੰ ਪਕੜਿਆ ਤੇ ਨੱਕ ਵਿੱਚ ਨਕੇਲ ਵੀ ਪਾਈ, ਹੱਟੀ ਹੱਟੀ ਤੋਂ ਟਕਾ ਵੀ ਮੰਗਵਾਇਆ ਤੇ ਸਿਰ ਵਿੱਚ ਜੁੱਤੀਆਂ ਵੀ ਇਹਦੇ ਮਰਵਾਈਆਂ ਤੇ ਜੁੱਤੀਆਂ ਦੀ ਮਾਰ ਖਾਂਦਿਆਂ ਖਾਂਦਿਆਂ ਚੰਦੂ ਪਾਪੀ ਨਰਕਾਂ ਨੂੰ ਸੁਧਾਰਿਆ ਸੀ। ਜਦੋਂ ਹੰਕਾਰ ਵਿੱਚ ਸੀ, ਜਦੋਂ ਆਪਣਾ ਹੁਕਮ ਚਲਾ ਰਿਹਾ ਸੀ, ਹੁਕਮ ਚਲਾਏ ਨਸੰਗ ਹੋਏ ਵਰਤੈ ਆਫਰਿਆ ਹੋਇਆ ਹੰਕਾਰ ਵਿੱਚ ਹੁਕਮ ਚਲਾਉਂਦਾ ਸੀ, ਰੱਬ ਭੁੱਲਿਆ ਸੀ। ਪਰ ਪੂਰਾ ਨਿਆਂ ਕਰੇ ਕਰਤਾਰ, ਪ੍ਰਮਾਤਮਾ ਪੂਰਾ ਨਿਆਂ ਕਰਦਾ ਹੈ। ਉਸ ਦੇ ਕੀਤੇ ਦਾ ਫਲ ਉਸ ਨੂੰ ਜ਼ਰੂਰ ਬਰ ਜ਼ਰੂਰ ਪ੍ਰਾਪਤ ਹੋਇਆ ਤੇ ਬਹੁਤਾ ਦੁਖਦਾਈ ਫਲ ਪ੍ਰਾਪਤ ਹੋਇਆ। ਇਉਂ ਪ੍ਰਮਾਤਮਾ ਪੂਰਾ ਨਿਆਂ ਕਰਦਾ ਤੇ ਆਪਣੇ ਦਾਸਾਂ ਦੀ, ਆਪਣੇ ਪਿਆਰਿਆਂ ਦੀ ਵਾਹਿਗੁਰੂ ਸਦਾ ਸਦਾ ਵਾਸਤੇ ਰੱਖਿਆ ਕਰਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਆਦਿ ਜੁਗਾਦ ਪ੍ਰਗਟ ਪ੍ਰਤਾਪ। ਆਦ ਮੁੱਢ ਤੋਂ ਲੈ ਕੇ ਹੀ ਤੇ ਜੁਗਾਦ ਜੁਗ ਆਦ, ਜਦੋਂ ਜੁਗਾਂ ਦਾ ਆਦ ਆਰੰਭ ਹੋਇਆ, ਜਦੋਂ ਸੰਸਾਰ ਦੀ ਰਚਨਾ ਹੋਈ ਹੈ, ਉਦੋਂ ਤੋਂ ਲੈ ਕੇ ਹੀ ਪਰਮਾਤਮਾ ਦਾ ਜਿਹੜਾ ਪ੍ਰਤਾਪ ਹੈ ਉਹ ਕੁੱਲ ਸੰਸਾਰ ਵਿੱਚ ਪ੍ਰਗਟ ਹੈ। ਅਕਾਲ ਪੁਰਖ ਵਾਹਿਗੁਰੂ ਨਾਮ ਰੂਪ ਹੈ, ਪ੍ਰਸਿੱਧ ਰੂਪ ਹੈ, ਸਾਰੇ ਜਾਣਿਆ ਜਾਂਦਾ ਹੈ। ਉਹ ਸਰਬ ਸ਼ਕਤੀਮਾਨ ਹੈ, ਸਰਬ ਕਲਾ ਸਮਰੱਥ ਹੈ। ਉਹਦਾ ਪ੍ਰਤਾਪ ਜਿਹੜਾ ਹੈ ਸਾਰੀਆਂ ਥਾਵਾਂ ਤੇ ਪ੍ਰਗਟ ਹੈ, ਮੁੱਢ ਕਦੀਮ ਤੋਂ ਲੈ ਕੇ। ਤੇ ਜਿੱਥੇ ਉਸ ਪਰਮਾਤਮਾ ਦਾ ਪ੍ਰਤਾਪ ਸਾਰੇ ਪ੍ਰਗਟ ਹੀ ਹੈ ਨਾ, ਉੱਥੇ ਭਾਈ ਜਿਨ੍ਹਾਂ ਉੱਪਰ ਵਾਹਿਗੁਰੂ ਆਪਣੀ ਕਿਰਪਾ ਕਰ ਦੇਵੇ, ਜਿਨ੍ਹਾਂ ਦੀ ਆਪ ਰੱਖਿਆ ਕਰੇ, ਉਹਨਾਂ ਆਪਣੇ ਪਿਆਰਿਆਂ ਦਾ ਪ੍ਰਤਾਪ ਵੀ ਸਾਰੇ ਜਗਤ ਵਿੱਚ ਉਹ ਪ੍ਰਗਟ ਕਰ ਦਿੰਦਾ ਹੈ। ਹਜ਼ੂਰ ਕੇ ਪਾਵਨ ਬਚਨ ਨੇ ਕਿ ਆਪਣੇ ਦਾਸ ਕਉ ਕੰਠ ਲਗਾਵੇ। ਸੋ ਇਸੇ ਹੀ ਸ਼ਬਦ ਦੇ ਵਿੱਚ ਮਹਾਰਾਜ ਅਖੀਰਲੀ ਪੰਕਤੀ ਕਹਿਣਗੇ, ਆਪਣੇ ਦਾਸ ਰਾਖੈ ਕੰਠ ਲਾਏ। ਆਪਣੇ ਪਿਆਰਿਆਂ ਨੂੰ ਤਾਂ ਆਪਣੇ ਗਲੇ ਲਗਾ ਕੇ, ਭਾਵ ਆਪਣੇ ਨਾਲ ਮੇਲ ਕੇ ਰੱਖਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਇਉਂ ਉਹਨਾਂ ਦੀ ਦੁਨੀਆ ਵਿੱਚ ਸੋਭਾ ਹੁੰਦੀ ਹੈ, ਮਾਣ ਵਡਿਆਈ ਹੁੰਦੀ ਹੈ। ਪਰਮਾਤਮਾ ਦੇ ਪਿਆਰਿਆਂ ਦਾ ਜਗਤ ਦੇ ਵਿੱਚ ਪ੍ਰਤਾਪ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ। ਨਿੰਦਕ ਮੂਆ ਉਪਜ ਵੱਡ ਤਾਪ। ਪਰ ਜਿਹੜਾ ਗੁਰੂ ਪਿਆਰਿਆਂ ਦਾ ਨਿੰਦਕ ਹੋਵੇ ਨਾ, ਨਿੰਦਕ ਮੂਆ ਉਪਜ ਵੱਡ ਤਾਪ, ਵੱਡਾ ਤਾਪ ਪੈਦਾ ਹੋ ਕੇ, ਵੱਡਾ ਕਸ਼ਟ ਪੈਦਾ ਹੋ ਕੇ ਜਿਹੜਾ ਨਿੰਦਕ ਸੀ ਉਹ ਮਰਿਆ ਹੈ, ਸਰੀਰਕ ਰੂਪ ਵਿੱਚ ਵੀ ਤੇ ਆਤਮਿਕ ਮੌਤੇ ਤਾਂ ਨਿੰਦਕ ਪਹਿਲਾਂ ਹੀ ਮਰਿਆ ਹੋਇਆ, ਤਾਂ ਹੀ ਤਾਂ ਉਹ ਨਿੰਦਾ ਕਰਦਾ ਹੈ। ਜਦੋਂ ਉਸ ਦੇ ਸਰੀਰ ਵਿੱਚ, ਉਸ ਦੀ ਮਤ ਬੁੱਧ ਦੇ ਵਿੱਚ ਸੋ ਇਹ ਸ਼ੁਭ ਗੁਣਾ ਰੂਪੀ ਜੀਵਨ ਨਹੀਂ, ਜ਼ਿੰਦਗੀ ਨਹੀਂ ਤਾਂ ਮਰਿਆ ਹੋਇਆ ਹੀ ਹੈ ਨਾ। ਤੇ ਅੰਦਰੇ ਅੰਦਰ ਤਪਦਾ ਰਹਿੰਦਾ, ਖਿੱਚਦਾ ਰਹਿੰਦਾ, ਕਿਸੇ ਦਾ ਭਾਵੇਂ ਕੋਈ ਵਿਗਾੜ ਸਕੇ ਨਾ ਵਿਗਾੜ ਸਕੇ, ਪਰ ਆਪਣੇ ਅੰਦਰ ਤਾਂ ਆਪਣੀ ਈਰਖਾ ਦੀ ਅਗਨੀ ਨਾਲ ਉਹ ਖਿੱਚਦਾ ਹੀ ਹੈ ਨਾ। ਭਾਈ ਜਿਹੜੇ ਨਿੰਦਕ ਨੇ ਉਹਨਾਂ ਦਾ ਨਾਸ ਹੁੰਦਾ ਹੈ, ਆਪਣੇ ਪਿਆਰਿਆਂ ਦਾ ਪ੍ਰਤਾਪ ਵਾਹਿਗੁਰੂ ਕੁੱਲ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਤਿਨ ਮਾਰਿਆ ਜੇ ਰੱਖੈ ਨਾ ਕੋਇ। ਨਿੰਦਕ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਰਿਆ ਜਿਸ ਦੇ ਮਾਰੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ। ਜਿਸ ਨੂੰ ਪਰਮਾਤਮਾ ਨੇ ਮਾਰਿਆ ਉਹਨੂੰ ਕੌਣ ਰੱਖ ਸਕਦਾ ਹੈ, ਕੌਣ ਬਚਾ ਸਕਦਾ ਹੈ। ਜਿਸ ਤੇ ਧੁਰੋਂ ਮਾਰ ਪੈ ਜਾਵੇ ਨਾ ਸਾਧ ਸੰਗਤ ਜੀ, ਉਸ ਦੀ ਰੱਖਿਆ ਕੋਈ ਨਹੀਂ ਕਰ ਸਕਦਾ, ਉਸ ਨੂੰ ਵਿਪਤਾ ਤੋਂ, ਔਗੁਣਾ ਤੋਂ ਕਿਸੇ ਤਰ੍ਹਾਂ ਬਚਾ ਨਹੀਂ ਸਕਦਾ। ਤੇ ਜਿਨ ਕੀ ਚੀਰੀ ਦਰਗਾਹ ਫਾਟੀ ਤਿਨਾ ਮਰਨਾ ਭਾਈ। ਜਿਨ੍ਹਾਂ ਦੀ ਲਿਖਤ ਸਵਾਸਾਂ ਦੀ ਦਰਗਾਹ ਵਿੱਚੋਂ ਫਟ ਗਈ, ਉਹਨਾਂ ਮਰਨਾ ਹੀ ਮਰਨਾ ਹੈ, ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ। ਸਰੀਰਕ ਮੌਤੇ ਵੀ ਤਾਂ ਮਰਨਾ ਹੀ ਹੈ ਨਾ। ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖਈ। ਜਿਸ ਦੀ ਉਮਰ ਹੀ ਪੁੱਗ ਗਈ ਉਹਨੂੰ ਕੌਣ ਬਚਾ ਸਕਦਾ ਹੈ। ਵੈਦਕ ਅਨਕ ਉਪਾਵ ਕਹਾਂ ਲਓ ਭਾਖਈ। ਵੈਦਚਾਰੀ ਦੇ, ਡਾਕਟਰੀ ਦੇ ਅਨੇਕ ਪ੍ਰਕਾਰ ਦੇ ਉਪਾਵ ਯਤਨ ਕੋਈ ਕਿੱਥੋਂ ਤੱਕ ਕਹਿ ਸਕੇਗਾ। ਜਦੋਂ ਸਰੀਰਕ ਮੌਤ ਆਉਣੀ ਹੈ ਉਦੋਂ ਤਾਂ ਮਰਨਾ ਹੀ ਮਰਨਾ ਹੈ। ਪਰ ਜਿਹੜੇ ਨਿੰਦਕ ਨੇ, ਜਿਹੜੇ ਦੁਸ਼ਟ ਨੇ, ਉਹ ਤਾਂ ਜਿਉਂਦੇ ਹੀ ਮਰੇ ਹੋਏ ਨੇ। ਵਾਹਿਗੁਰੂ ਨੇ ਉਹਨਾਂ ਨੂੰ ਦੁੱਖਾਂ ਦੇ ਵਿੱਚ ਮਾਰਿਆ ਹੋਇਆ ਹੈ। ਉਹ ਅੰਦਰੇ ਅੰਦਰ ਖਿੱਚਦੇ ਰਹਿੰਦੇ, ਕ੍ਰਿਜਦੇ ਰਹਿੰਦੇ ਆ। ਇਹੀ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਵੀ ਹੈ। ਇਹ ਅੰਦਰ ਦਾ ਸਾੜਾ ਹੀ ਉਹਨਾਂ ਨੂੰ ਸ਼ਾਂਤੀ ਨਹੀਂ ਲੈਣ ਦਿੰਦਾ, ਟਿਕਾ ਨਹੀਂ ਲੈਣ ਦਿੰਦਾ। ਸੁਖਮਨੀ ਸਾਹਿਬ ਜੀ ਕੀ 13ਵੀਂ ਅਸ਼ਟਪਦੀ ਵਿੱਚ ਆਪਾਂ ਨਿੰਦਕਾਂ ਦਾ ਹਾਲ ਪੜ੍ਹਦੇ ਆ ਨਾ। ਪਹਿਲਾਂ ਮਹਾਰਾਜ ਨੇ ਬਚਨ ਕੀਤਾ ਕਿ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰ ਨਹਾਰ। ਜੋ ਪ੍ਰਭੂ ਦੇ ਪਿਆਰਿਆਂ ਦੀ ਪ੍ਰੇਮ ਨਾਲ ਸੰਗਤ ਕਰਦਾ ਹੈ ਉਹਨਾਂ ਦਾ ਉਧਾਰ ਹੁੰਦਾ ਹੈ, ਪਾਰ ਉਤਾਰਾ ਹੁੰਦਾ ਹੈ। ਪਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਜਿਹੜਾ ਵਾਰ-ਵਾਰ ਜੰਮਦਾ ਮਰਦਾ ਰਹਿੰਦਾ ਹੈ। ਪੂਰੀ ਅਸ਼ਟਪਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਖਿਆਲ ਦੇ ਵਿੱਚ ਉਚਾਰਨ ਕੀਤੀ ਹੈ ਕਿ ਸੰਤ ਕਾ ਦੋਖੀ, ਸੰਤ ਕਾ ਨਿੰਦਕ।
ਕਿਵੇਂ ਉਹ ਸੰਸਾਰ ਦੇ ਵਿੱਚ ਵੀ ਬਦਨਾਮੀ ਖੱਟਦਾ ਹੈ, ਕਿਵੇਂ ਆਪਣਾ ਜੀਵਨ ਦੁੱਖਾਂ ਵਿੱਚ ਬਤੀਤ ਕਰਦਾ ਹੈ, ਤੇ ਕਿਵੇਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹ ਦੁੱਖ ਹੀ ਦੁੱਖ ਭੋਗਦਾ ਹੈ। ਕੋਈ ਉਹਦੀ ਰੱਖਿਆ ਕਰਨ ਵਾਲਾ ਨਹੀਂ। ਸੋ ਤਿੰਨ ਮਾਰਿਆ ਜੇ ਰੱਖੈ ਨਾ ਕੋਏ, ਜਿਸ ਦੇ ਮਾਰੇ ਹੋਏ ਨੂੰ ਕੋਈ ਰੱਖ ਨਹੀਂ ਸਕਦਾ, ਉਸ ਪਰਮਾਤਮਾ ਨੇ ਧੁਰੋਂ ਆਪ ਮਾਰਿਆ ਨਿੰਦਕ ਨੂੰ, ਆਪ ਦੁਸ਼ਟ ਦਾ ਖਾਤਮਾ ਕੀਤਾ ਹੈ। ਆਗੈ ਪਾਛੈ ਮੰਦੀ ਸੋਏ। ਇਹੋ ਜਿਹੇ ਜਿਹੜੇ ਨਿੰਦਕ ਤੇ ਦੁਸ਼ਟ ਲੋਕ ਨੇ ਨਾ, ਦੁਨੀਆ ਤੇ ਧੱਕਾ ਕਰਨ ਵਾਲੇ, ਗਰੀਬਾਂ ਉੱਪਰ ਜ਼ੋਰ ਜ਼ਬਰਦਸਤੀ ਕਰਨ ਵਾਲੇ, ਆਗੈ ਪਾਛੈ ਮੰਦੀ ਸੋਏ। ਪਿੱਛੇ ਇਸ ਸੰਸਾਰ ਵਿੱਚ ਵੀ ਮੰਦੀ ਸੋਏ, ਸੋਏ ਤੋਂ ਭਾਵ ਕਨਸੋ ਖਬਰ, ਉਹਨਾਂ ਦੀ ਖਬਰ ਦੁਨੀਆ ਵਿੱਚ ਵੀ ਸੋ ਬੁਰੇ ਰੂਪ ਵਿੱਚ ਹੀ ਫੈਲਦੀ ਹੈ, ਬਦਨਾਮੀ ਹੀ ਖੱਟਦੇ ਨੇ। ਤੇ ਅੱਗੇ ਪ੍ਰਲੋਕ ਵਿੱਚ ਵੀ ਉਹਨਾਂ ਦੀ ਖਬਰ ਜਿਹੜੀ ਹੈ ਬਦਨਾਮੀ ਦੇ ਰੂਪ ਵਿੱਚ ਹੀ ਹੁੰਦੀ ਹੈ। ਉੱਥੇ ਵੀ ਉਹ ਬੁਰੇ ਹੀ ਗਿਣੇ ਜਾਂਦੇ ਨੇ, ਨਾ ਇੱਥੇ ਉਹਨਾਂ ਦੀ ਸੋਭਾ ਨਾ ਪ੍ਰਲੋਕ ਵਿੱਚ ਵਡਿਆਈ, ਦੋਹੀ ਜਹਾਨੀ ਸੋ ਉਹਨਾਂ ਨੂੰ ਭਾਈ ਬੁਰਿਆਈ ਹੀ ਬੁਰਿਆਈ ਪ੍ਰਾਪਤ ਹੁੰਦੀ ਹੈ। ਨਿੰਦਕ ਕਾ ਮੁਖ ਕਾਲਾ ਹੋਵਾ, ਦੀਨ ਦੁਨੀਆ ਕੈ ਦਰਬਾਰ। ਦੁਨੀਆ ਦੇ ਦਰਬਾਰ ਵਿੱਚ ਵੀ ਜਿਹੜਾ ਨਿੰਦਕਾਂ ਦਾ ਮੂੰਹ ਹੈ ਇਹ ਕਾਲਾ ਹੁੰਦਾ ਹੈ, ਫਿਟਕਾਰਾਂ ਪੈਂਦੀਆਂ, ਲਾਹਨਤਾਂ ਪੈਂਦੀਆਂ, ਇਹ ਮੂੰਹ ਕਾਲਾ ਹੋਣਾ ਹੈ। ਤੇ ਦੀਨ ਕੇ ਦਰਬਾਰ ਅੱਗੇ ਪ੍ਰਲੋਕ ਵਿੱਚ ਵੀ ਉਹਨਾਂ ਦਾ ਮੁਖ ਕਾਲਾ ਹੁੰਦਾ ਹੈ। ਆਪਣੇ ਦਾਸ ਰਾਖੈ ਕੰਠ ਲਾਏ। ਵਾਹਿਗੁਰੂ ਕੀ ਵਡਿਆਈ ਹੈ ਕਿ ਆਪਣੇ ਦਾਸ, ਆਪਣੇ ਸੇਵਕ ਨੂੰ, ਆਪਣਾ ਸਿਮਰਨ ਬੰਦਗੀ ਕਰਨ ਵਾਲੇ ਨੂੰ ਆਪਣੇ ਗਲੇ ਲਗਾ ਕੇ ਉਹ ਅਕਾਲ ਪੁਰਖ ਵਾਹਿਗੁਰੂ ਰੱਖਦਾ ਹੈ। ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਗਾ ਲੈਂਦਾ ਹੈ, ਆਪਣੇ ਮਿਲਾਪ ਵਿੱਚ ਮੇਲ ਕੇ ਰੱਖਦਾ ਹੈ, ਆਪਣੇ ਨਾਮ ਵਿੱਚ, ਆਪਣੇ ਸਿਮਰਨ ਵਿੱਚ ਜੋੜ ਕੇ ਰੱਖਦਾ ਹੈ ਸਦਾ। ਸਰਣ ਨਾਨਕ ਹਰ ਨਾਮ ਧਿਆਏ। ਤੇ ਹਜੂਰ ਫਰਮਾਉਂਦੇ ਨੇ ਕਿ ਵਾਹਿਗੁਰੂ ਕੇ ਪਿਆਰੇ ਦਾਸ ਉਸ ਪਰਮਾਤਮਾ ਦੀ ਸ਼ਰਨ ਵਿੱਚ ਹੀ ਸਦਾ ਰਹਿੰਦੇ ਨੇ, ਤੇ ਉਸ ਵਾਹਿਗੁਰੂ ਕਾ ਨਾਮ ਸਦਾ ਸਦਾ ਵਾਸਤੇ ਧਿਆਉਂਦੇ ਨੇ। ਇੱਕੋ ਇੱਕ ਨਾਮ ਦੇ ਨਾਲ ਹੀ ਪ੍ਰੀਤ, ਹਰ ਨਾਵੈ ਨਾਲ ਗੱਲਾਂ, ਹਰ ਨਾਵੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੋਲ ਹਰ ਨਾਮ ਪਰਵਾਰਾ। ਇਉਂ ਨਾਮ ਤੇ ਆਉਂਦੇ ਨੇ, ਨਾਮ ਜਪਦੇ ਨੇ, ਮਨ ਨਾਮ ਜਪ ਨਾਮ ਆਰਾਧ, ਅੰਧ ਨਾਮ ਵਖਾਣੀ। ਇਹ ਉਪਦੇਸ਼ ਉਹਨਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਸਦਾ ਵਾਹਿਗੁਰੂ ਕੀ ਸ਼ਰਨ ਵਿੱਚ ਰਹਿੰਦੇ ਨੇ ਤੇ ਪ੍ਰਮਾਤਮਾ ਵੀ ਉਹਨਾਂ ਨੂੰ ਹਮੇਸ਼ਾ ਆਪਣੇ ਨਾਲ ਮੇਲ ਕੇ ਰੱਖਦਾ ਹੈ। ਇਸ ਲਈ ਐ ਜੀਵ ਤੂੰ ਵੀ ਸਰਣ ਨਾਨਕ ਹਰ ਨਾਮ ਤੇ ਆਏ। ਪ੍ਰਭੂ ਦੀ ਸ਼ਰਨ ਵਿੱਚ, ਵਾਹਿਗੁਰੂ ਕੀ ਸ਼ਰਨ ਵਿੱਚ ਰਹੋ ਤੇ ਵਾਹਿਗੁਰੂ ਕਾ ਨਾਮ ਸਦਾ ਧਿਆਉਂਦਾ ਰਹਿ, ਜਿਸ ਕਰਕੇ ਤੂੰ ਵੀ ਉਸ ਪਰਮਾਤਮਾ ਦਾ ਪਿਆਰ ਹਾਸਲ ਕਰ ਲਵੇਂ ਤੇ ਉਸ ਵਾਹਿਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਲਵੇਂ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਸਾਡੀ ਜ਼ੋਰ ਜ਼ਬਰਦਸਤੀ ਧੱਕਾ ਕਰਨ ਵਾਲੀ ਜਿਹੜੀ ਪ੍ਰਵਿਰਤੀ ਹੈ, ਜਿਹੜਾ ਸੁਭਾਅ ਹੈ, ਇਹ ਖਤਮ ਹੋਵੇ ਤੇ ਸਾਰਿਆਂ ਨਾਲ ਪ੍ਰੇਮ ਭਾਵ ਦੇ ਵਿੱਚ ਵਰਤੀਏ, ਹੱਕ ਸੱਚ ਦੇ ਨਾਲ ਜੁੜੀਏ। ਇਹ ਸਤਿਗੁਰੂ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ। ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜੀ ਕਾ, ਸਮੂਹ ਗ੍ਰੰਥੀ ਸਾਹਿਬਾਨਾਂ ਜੀ ਦਾ, ਸਮੁੱਚੀਆਂ ਸੰਗਤਾਂ ਦਾ ਸਭ ਤੋਂ ਵਧੇਕ ਕੋਟਾਨ ਕੋਟ ਸ਼ੁਕਰਾਨਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਔਰ ਅੱਗੇ ਲਈ ਸਮੱਤ ਬਖਸ਼ਿਸ਼ ਕਰਨੀ। ਆਪਣੇ ਦਾਸ ਰਾਖੈ ਕੰਠ ਲਾਏ, ਸਰਣ ਨਾਨਕ ਹਰ ਨਾਮ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹਿ ਤੂੰ ਮਨ, ਮੇਰੇ ਦੁਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ,
ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਘਰ ਸੁਭਾਗੈ, ਘਰ ਸੁਭਾਗੈ, ਏਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ, ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ।